कि ओल्ड व्हीकल्स ਨੂੰ ਜਿਹੜਾ ਉਹ ਖਤਮ ਕਰਨਾ ਹੈ ਔਰ ਸਭ ਤੋਂ ਪਹਿਲਾਂ ਸਰਕਾਰੀ ਕੇਂਦਰ ਦੇ ਤੇ ਰਾਜ ਸਰਕਾਰ ਆਪਣੇ ਸਰਕਾਰੀ ਵਹੀਕਲਸ ਖਤਮ ਕਰਨ ਜਾ ਰਿਹਾ ਔਰ ਉੱਥੇ ਈ ਵਹੀਕਲਸ ਖਰੀਦੇ ਜਾਣਗੇ। ਜਿਹੜਾ ਬਜਟ ਪੇਸ਼ ਹੋਇਆ ਉਹਦੇ ਚ ਸ਼ੁਰੂਆਤ ਚ ਜਿਹੜੇ ਵਿੱਤ ਮੰਤਰੀ ਹੈ ਉਹ ਇਹ ਕਹਿ ਰਿਹਾ ਹੈ ਕਿ ਇਹ ਆਉਣ ਵਾਲੇ 25 ਸਾਲਾਂ ਦਾ ਬਲੂਪ੍ਰਿੰਟ ਹੈ। ਇੱਕ ਸੱਜਣ ਨੇ ਕਿਹਾ ਕਿ ਇਹ ਬਜਟ ਹੈ ਜਿਹੜਾ ਲੋਕ ਲਭਾਊ ਬਿਲਕੁਲ ਨਹੀਂ ਹੈ, ਕਿਸੇ ਹੱਦ ਤੱਕ ਮੈਂ ਮੰਨ ਵੀ ਸਕਦਾ, ਪਰ ਇਹ ਕਹਿ ਦੇਣਾ ਕਿ 25 ਸਾਲਾਂ ਦਾ ਬਲੂਪ੍ਰਿੰਟ ਹੈ, ਇਹ ਇਦੋਂ ਵੱਡਾ ਲੋਕ ਲਭਾਊ ਕੀ ਹੋ ਸਕਦਾ? ਮਤਲਬ ਤੁਹਾਨੂੰ ਗਰੰਟੀ ਹੈ ਵੀ 25 ਸਾਲਾਂ ਦੀ ਸਰਕਾਰ ਤੁਹਾਡੀ ਰਹੂਗੀ? 4 ਸਾਲ ਲੁੱਟ ਕੇ 5ਵੇਂ ਸਾਲ ਉਹਨੂੰ ਕਹਿੰਦਾ ਵੀ ਆ ਦੇਖੋ ਤੁਹਾਨੂੰ ਕਿੱਡਾ ਵੱਡਾ ਫਾਇਦਾ ਦੇਤਾ ਅਸੀਂ। ਬਹੁਤ ਸਾਰੀਆਂ ਰਿਆਇਤਾਂ ਬਹੁਤ ਸਾਰੀਆਂ ਗ੍ਰਾਂਟਾਂ ਸੈਂਟਰ ਸਟੇਟਾਂ ਨੂੰ ਦਿੰਦਾ ਨਹੀਂ। ਉਹ ਕਹਿੰਦਾ ਤੁਹਾਡਾ ਫਿਸਕਲ ਡੈਫਿਸਿਟ ਜਿਹੜਾ ਨਾ ਮਾੜਾ, ਇਹਦੀ ਵਿੱਤੀ ਹਾਲਾਤ ਮਾੜੇ ਆ। ਇਹਦੇ 'ਚ ਹੁਣ ਅਗਲੀ ਗੱਲ ਜਿਹੜੀ ਹੈ ਮੈਂ ਇੰਪੋਰਟੈਂਟ ਕਰਨ ਲੱਗਾ ਪੰਜਾਬ ਲਈ, ਉਹ ਕਹਿੰਦਾ ਜਿਹੜਾ 0.5% ਫਿਸਕਲ ਡੈਫਿਸਿਟ ਹੈ, ਇਟ ਇਜ਼ ਟਾਈਡ ਵਿਦ ਦਾ ਪਾਵਰ ਰਿਫਾਰਮਸ। ਕਿ ਇਹ ਰਿਲੈਕਸੇਸ਼ਨ ਉੱਥੇ ਹੈ ਜਿੱਥੇ ਤੁਸੀਂ ਪਾਵਰ ਸੈਕਟਰ ਦੇ ਰਿਫਾਰਮਸ ਕਰੋਗੇ, ਤੇ ਪੰਜਾਬ 'ਚ ਤਾਂ ਅਸੀਂ ਉਲਟਾ ਚੱਲੇ ਹੋਏ ਹੈ ਨਾ। 300 ਯੂਨਿਟ ਬਿਜਲੀ ਦੇ ਫ੍ਰੀ ਕਰੇ ਹੋਏ ਆ, ਐਗਰੀਕਲਚਰ ਨੂੰ ਫ੍ਰੀ ਹੈ, ਸਾਰਾ ਕੁਝ ਹੈ। ਇਹਦਾ ਮਤਲਬ ਉਹ ਸਾਨੂੰ ਉਹ ਵੀ ਨਹੀਂ ਮਿਲਣਾ। ਡਿਸਟ੍ਰੀਬਿਊਸ਼ਨ 'ਚ ਹਾਲੇ ਅਸੀਂ ਪ੍ਰਾਈਵੇਟ ਉਸ ਲੈਵਲ ਤੇ ਗਏ ਨਹੀਂ। 130 ਕਰੋੜ ਆਬਾਦੀ ਹੈ ਤੇ ਤੁਸੀਂ ਆਪ ਕਹਿੰਦੇ ਹੋ 78 ਕਰੋੜ ਨੂੰ ਤਾਂ ਅਸੀਂ 5 ਕਿਲੋ ਅਨਾਜ ਦਿੰਨੇ ਆ ਜੀ ਸਰਵਾਈਵ ਕਰਨ ਜੀ ਹਰੇਕ ਮਹੀਨੇ। ਬਿਲਕੁਲ ਤੁਸੀਂ ਆਪ ਹੀ ਮੰਨਦੇ ਹੋ ਉਹਦੇ 'ਚ ਬਹੁਤ ਕੁਝ ਹੋਰ ਨਹੀਂ ਹੈ। ਸੋ ਇਸ ਲਈ ਜਿਹੜੀ ਮਾਰ ਪੈ ਰਹੀ ਹੈ ਨਾ ਗਰੀਬ ਲੋਕ ਤੇ, ਇਹ ਬਜਟ ਜਿਹੜਾ ਉਹਨਾਂ ਲਈ ਨਹੀਂ ਹੈ, ਉਹਦੇ ਲਈ ਬਹੁਤ ਕੁਝ ਨਹੀਂ ਹੈ। ਪਲੱਸ ਉਹਦੇ ਵਿੱਚ ਟਵਾਣਾ ਸਾਹਿਬ ਦੀ ਗੱਲ ਦੇ ਵਿੱਚ ਮੈਂ ਐਡ ਕਰਾਂਗਾ ਸੇਮ ਉਸੇ ਡਾਇਰੈਕਸ਼ਨ 'ਚ ਕਿ 1,97,000 ਜੇਕਰ ਇਹ ਆਮਦਨ ਹੋ ਗਈ ਹੈ ਤਾਂ ਕਲੀਅਰ ਕੱਟ ਸਰਕਾਰ ਨੇ ਮੰਨ ਲਿਆ ਕਿ ਇਨਇਕੁਐਲਿਟੀ ਹੈ ਜਿਹੜੀ ਬਹੁਤ ਜ਼ਿਆਦਾ ਵੱਧ ਗਈ ਹੈ। ਤੁਹਾਡਾ 45 ਲੱਖ ਕਰੋੜ ਦਾ ਬਜਟ ਹੈ, ਉਹਦੇ 4 ਦਿਨਾਂ 'ਚ 10,34,000 ਕਰੋੜ ਉੜਿਆ ਅਡਾਨੀ ਦਾ। ਹਾਂ, ਉਸ ਕੰਪਨੀ 7 ਕੰਪਨੀਆਂ ਉਹਦੀਆਂ ਜੀ, ਉਦੋਂ ਤੱਕ 16,000 ਕਰੋੜ ਦਾ LIC ਦਾ ਉੱਡ ਗਿਆ ਕੱਲੇ ਦਾ। 25% ਜਿਹੜਾ ਉਹਦੇ 'ਚ ਜਿਹੜੇ ਅਦਾਰੇ ਮਰੇ, ਇੱਥੇ ਮੈਂ ਤਾਂ ਗੱਲ ਕਰਦੀ, ਉਹਨਾਂ ਨੇ ਕਿਹਾ ਜੀ ਸੇਬੀ 'ਚ ਸੁਧਾਰ ਕਰਾਂ, ਕੰਪਨੀ ਐਕਟ ਚੇਂਜ ਕਰਾਂਗੇ, ਉਹਦੇ 'ਚ ਅਸੀਂ ਟ੍ਰੇਨਿੰਗ ਦੇਵਾਂਗੇ। ਉਹਨਾਂ ਨੇ ਅਡਾਨੀ ਦੀ ਕੋਈ ਜ਼ਿਕਰ ਨਹੀਂ ਕਰਿਆ। ਅਡਾਨੀ ਦੀਆਂ ਇੰਨੀਆਂ ਕੰਪਨੀਆਂ ਦੇ ਉਹਨਾਂ ਨੇ ਪੂਰਾ ਕਿਹਾ, ਅਗਲੇ ਚੈਲੰਜ ਕਰ ਰਿਹਾ ਹੈ ਜਿਹੜਾ ਉਹ ਫਰਾਡ ਲੋਕਾਂ ਨਾਲ ਹੋਇਆ। ਕੰਪਨੀ ਦਾ ਜਿਹੜਾ ਕੋਈ ਬੰਦਾ ਉਹ 15 ਤੋਂ 20% 20 ਰੁਪਏ ਮਤਲਬ 15 ਤੋਂ 20% ਤੋਂ ਵੱਧ ਆਪਣੇ ਪੈਸੇ ਨਹੀਂ ਲਾਉਂਦਾ, ਜਾਂ ਬੈਂਕਾਂ ਦੇ ਹੁੰਦੇ ਆ ਜਾਂ ਆਮ ਲੋਕਾਂ ਦੇ ਹੁੰਦੇ ਆ। ਜਿਹੜਾ ਬੰਦਾ 10 ਏਕੜ ਦਾ ਮਾਲਕ ਹੈ, 7 ਏਕੜ 8 ਏਕੜ ਪੈਡੀ ਲਾਉਂਦਾ ਹੈ, 8 ਏਕੜ ਕਣਕ ਲਾਉਂਦਾ ਹੈ, ਕੀ ਜਦੋਂ ਇਹ ਮੋਟਾ ਅਨਾਜ ਬਿਜਵਾਉਣਗੇ ਕੀ ਉਹਦੀ ਆਮਦਨ ਉਹਦੇ ਬਰਾਬਰ ਆ ਜਾਏਗੀ? ਜਿਹੜਾ ਉਹ ਗੈਪ ਹੋਏਗਾ ਕੀ ਉਹਨੂੰ ਫਿਲ ਕਰਨ ਲਈ ਕੋਈ ਇੰਤਜ਼ਾਮ, ਕੋਈ ਪ੍ਰੋਵੀਜ਼ਨ, ਕੋਈ ਪੈਸਾ ਰੱਖਿਆ ਹੈ? ਜੇਕਰ ਨਹੀਂ ਰੱਖਿਆ ਤਾਂ ਐਵੇਂ ਫਿਰ ਅਸੀਂ ਇਹਨੂੰ ਇਹ ਸਮਝਾਂਗੇ ਕਿ ਹਵਾ 'ਚ ਗੱਲ ਹੈ। ਉਹਦੇ ਵਿੱਚ ਮੈਨੂੰ ਤਾਂ ਸਾਈਕਲ ਹੀ ਲੱਗਿਆ ਇੱਕ, ਜਿਹੜਾ ਜੇ ਉਹ ਸਸਤਾ ਹੋ ਰਿਹਾ ਉਹ ਵਿਚਾਰਾ ਆਮ ਨਾਗਰਿਕ ਦੇ ਕੰਮ ਆਉਂਦਾ। ਅਦਰਵਾਈਜ਼ ਬਾਕੀ ਸਾਰੀਆਂ ਜਿਹੜੀਆਂ ਵਸਤਾਂ ਨੇ, ਮੈਂ ਅੱਜ ਵੀ ਪੜ੍ਹ ਰਿਹਾ ਸੀ, ਪਹਿਲਾਂ ਵੀ ਪੜ੍ਹ ਰਿਹਾ ਸੀ, ਟਵਾਣਾ ਸਾਹਿਬ ਮੇਰੀ ਗੱਲ ਨੂੰ ਤਾਇਦ ਕਰ ਦੇਣਗੇ, ਜਿਹੜਾ ਸੋਨਾ ਖਰੀਦਣਾ, ਮੈਂ ਮੰਨਿਆ ਗਰੀਬ ਕਿਸਾਨ ਵੀ ਖਰੀਦਦਾ ਹੋਊਗਾ, ਗਰੀਬ ਮਜ਼ਦੂਰ ਵੀ ਖਰੀਦਦਾ ਹੋਊਗਾ, ਇਹ ਸਾਡੇ ਟ੍ਰੈਡੀਸ਼ਨ ਦਾ ਪਾਰਟ ਹੈ, ਪਰ ਕਦੇ ਸੋਚਿਆ ਤੁਸੀਂ ਵੀ ਸੋਨੇ ਤੇ ਪੈਟਰੋਲੀਅਮ ਦੇ ਵਿੱਚ GST ਦਾ ਇੰਨਾ ਫਰਕ ਕਿਉਂ ਹੈ? ਜੇਕਰ ਸਰਕਾਰ ਕੋਲ ਥੋੜਾ ਜਿਹਾ ਵੀ ਕੋਈ ਐਦਾਂ ਦਾ ਦਿਖਦਾ ਹੋਰ ਸਰੋਤ ਜਿਸ ਤੋਂ ਉਹ ਹੋਰ ਵਿੱਤੀ ਸਾਧਨਾਂ ਤੋਂ ਪੈਸੇ ਇਕੱਠੇ ਕਰਕੇ ਕੁਝ ਅਨਾਉਂਸਮੈਂਟ ਚੰਗੀਆਂ ਕਰ ਸਕਦੇ, ਤਾਂ ਜ਼ਰੂਰ ਹੀ ਇਹ ਵਿੱਤੀ ਸਾਲ ਸੀ। ਕੋਈ ਸਰਕਾਰ ਐਡੀ ਭਲੀ ਨਹੀਂ ਕਿ ਉਹ ਲੋਕ ਲਭਾਉਣਾ ਬਜਟ ਬਣਾ ਕੇ ਬੜੀਆਂ ਸੋਹਣੀਆਂ ਸਕੀਮਾਂ ਨਾ ਬਣਾਉਂਦੀ। ਇਹ ਤਾਂ ਮੈਨੂੰ ਇਹ ਲੱਗਦਾ ਕਿ ਸਰਕਾਰ ਦੇ ਪੱਲੇ ਉਹ ਸਰੋਤ ਹੀ ਨਹੀਂ ਦਿਖਾਈ ਦੇ ਰਹੇ ਜਿਹੜੇ ਸਾਧਨਾਂ ਤੋਂ ਹੋਰ ਪੈਸਾ ਆ ਸਕੇ। ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਦਰਸ਼ਕਾਂ ਦਾ ਸਵਾਗਤ ਹੈ। ਅੱਜ ਅਸੀਂ ਗੱਲ ਕਰਾਂਗੇ ਕੇਂਦਰ ਸਰਕਾਰ ਵੱਲੋਂ ਜੋ 2022-23 ਤੋਂ ਬਾਅਦ ਜੋ ਪ੍ਰਾਪਤੀਆਂ ਹੋਈਆਂ ਅਗਲੇ ਸਾਲ ਵਾਸਤੇ, ਉਹਦੇ ਬੇਸ ਤੇ ਰੱਖ ਕੇ ਕੁਝ ਪ੍ਰਪੋਜ਼ਲਾਂ ਨੇ ਉਹਦੇ ਬੇਸ ਤੇ ਬਜਟ 2023 ਤੇ 24 ਦਾ ਪੇਸ਼ ਕਰ ਦਿੱਤਾ ਗਿਆ। ਇਸ ਬਜਟ ਦੇ ਵਿੱਚ ਕੀ ਕੁਝ ਹੈ, ਕੀ ਕੁਝ ਨਹੀਂ ਹੈ, ਕਿਹੜੇ ਸੈਕਟਰਸ ਲਈ ਕੀ ਕੁਝ ਰੱਖਿਆ ਗਿਆ ਹੈ, ਆਰਥਿਕ ਮਾਹਿਰ ਨੇ ਜਿਹੜੇ ਉਹ ਕੀ ਸੋਚਦੇ ਆ, ਸਮਾਜਿਕ ਤੌਰ ਤੇ ਕੀ ਸੋਚਿਆ ਜਾ ਰਿਹਾ, ਤੁਹਾਡੇ ਵੀ ਮਨਾਂ ਦੇ ਵਿੱਚ ਹੋਏਗਾ, ਔਰ ਕਿਹੜੇ ਵਰਗ ਨੂੰ ਖਾਸ ਤੌਰ ਤੇ ਰਿਆਇਤਾਂ ਮਿਲੀਆਂ ਨੇ ਜਾਂ ਆਉਣ ਵਾਲੇ ਸਮੇਂ ਵਿੱਚ ਮਿਲਣ ਵਾਲੀਆਂ ਨੇ। ਇਹ ਸਾਡੀ ਨਿਗਾਹ ਹੁੰਦੀ ਹੈ ਬਜਟ ਦੇ ਉੱਤੇ ਕਿ ਨਵੇਂ ਅਗਲੇ ਵਰੇ ਦੇ ਵਿੱਚ ਸਾਨੂੰ ਕੀ ਕੁਝ ਮਿਲਣ ਵਾਲਾ ਹੈ। ਸੋ ਇਸ ਤੇ ਗੱਲਬਾਤ ਕਰਨ ਲਈ ਅਸੀਂ 2 ਮਾਹਿਰ ਨੇ, ਡਾਕਟਰ ਬਲਵਿੰਦਰ ਸਿੰਘ ਟਿਵਾਣਾ और
ਡਾਕਟਰ ਰਣ ਸਿੰਘ ਧਾਲੀਵਾਲ ਜੋ ਕਿ ਪ੍ਰੋਫੈਸਰਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ। ਅਸੀਂ ਧਾਲੀਵਾਲ ਸਾਹਿਬ ਤੇ ਟਿਵਾਣਾ ਸਾਹਿਬ ਤੁਹਾਨੂੰ ਸਵਾਗਤ ਕਰਦੇ ਹਾਂ ਤੁਹਾਡਾ। ਜੀ ਆਇਆਂ ਤੁਹਾਡਾ। ਧੰਨਵਾਦ ਜੀ ਆਇਆਂ ਜੀ। ਬਜਟ ਪੇਸ਼ ਹੋ ਚੁੱਕਿਆ ਹੋਇਆ ਅਗਲੇ ਵਿੱਤੀ ਵਰ੍ਹੇ ਵਾਸਤੇ 2023-24 ਵਾਸਤੇ। ਇਹਦੇ ਵਿੱਚ ਵੱਖ-ਵੱਖ ਸੈਕਟਰਾਂ ਵਾਸਤੇ ਬਹੁਤ ਕੁਝ ਰੱਖਿਆ ਗਿਆ ਹੈ। ਕਿਤੇ ਕਿਤੇ ਲੱਗਦਾ ਹੈ ਕਿ ਘਾਟਾਂ ਰਹਿ ਗਈਆਂ ਨੇ, ਇਸ ਕਿਸਮ ਨਾਲ ਮਹਿਸੂਸ ਕੀਤਾ ਜਾ ਰਿਹਾ ਹੈ। ਲੋਕਾਂ ਦੀ ਇਹ ਆਸ ਸੀ ਕਿਉਂਕਿ ਕੋਵਿਡ ਤੋਂ ਬਾਅਦ ਅਸੀਂ ਨਿਕਲ ਕੇ ਆਏ ਹਾਂ ਔਰ ਇਹ ਬਜਟ ਮੋਦੀ ਸਰਕਾਰ ਦਾ ਦੂਸਰੀ ਟਰਮ ਵੇਲੇ ਦਾ ਆਖਰੀ ਬਜਟ ਹੈ ਕਿਉਂਕਿ 2024 ਦੇ ਵਿੱਚ ਅਗਲੀ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਨੇ। ਸੋ ਇਹ ਵੀ ਦੇਖਿਆ ਜਾ ਰਿਹਾ ਕਿ 2024 ਨੂੰ ਧਿਆਨ ਵਿੱਚ ਰੱਖ ਕੇ ਇਹਦੀਆਂ ਪ੍ਰਪੋਜ਼ਲ ਜਿਹੜੀਆਂ ਬਣਾਈਆਂ ਨੇ। ਸਾਡੇ ਵਿੱਤ ਮੰਤਰੀ ਡਾਕਟਰ ਸੀਤਾਰਮਨ ਜੀ ਨੇ ਅੱਜ ਇਹ ਬਜਟ ਪੇਸ਼ ਕੀਤਾ। ਸੋ ਸਭ ਤੋਂ ਪਹਿਲਾਂ ਤੇ ਚੱਲਦੇ ਆਪਾਂ ਡਾਕਟਰ ਟਿਵਾਣਾ ਕੋਲੇ। ਟਿਵਾਣਾ ਸਾਹਿਬ, ਅੱਜ ਦੇ ਇਸ ਬਜਟ ਦੀਆਂ ਜਿਹੜੀਆਂ ਮੇਨ ਹਾਈਲਾਈਟਸ ਨੇ, ਕਿਉਂਕਿ ਵੱਡਾ ਧਿਆਨ ਇਹ ਹੁੰਦਾ ਹੈ ਕਿ ਅਸੀਂ ਕਿੰਨਾ ਖਰਚ ਕਰਨ ਜਾ ਰਹੇ ਹਾਂ, ਕਿੱਥੋਂ ਕਿੱਥੋਂ ਸਾਡੀ ਆਮਦਨ ਹੋਣੀ ਹੈ, ਕਿੰਨਾ ਕੁ ਸਾਨੂੰ ਘਾਟਾ ਹੈ, ਕਿਹੜੀਆਂ ਹਾਈਲਾਈਟਸ ਨੇ, ਅਸੀਂ ਜਾਣਨਾ ਚਾਹਾਂਗੇ ਤੁਹਾਡੇ ਤੋਂ। ਬੜਾਇਆ ਸਾਹਿਬ, ਪਹਿਲਾਂ ਤਾਂ ਹੈ ਕਿ ਇਹ ਜਿਹੜਾ ਬਜਟ ਹੈ ਕੋਈ 45 ਲੱਖ ਕਰੋੜ ਰੁਪਏ ਦਾ ਬਜਟ ਹੈ। ਐਕਸਪੈਂਡੀਚਰ, ਟੋਟਲ ਐਕਸਪੈਂਡੀਚਰ ਕਹਿੰਦੇ ਆ। ਤੇ ਪਿਛਲੇ ਸਾਲ ਦਾ ਜਿਹੜਾ ਰਿਵਾਈਜ਼ਡ ਐਸਟੀਮੇਟ ਆਇਆ ਉਹ ਕੋਈ 41 ਲੱਖ ਕਰੋੜ ਰੁਪਏ ਦਾ ਟੋਟਲ ਐਕਸਪੈਂਡੀਚਰ। ਇਹਦਾ ਮਤਲਬ 4 ਲੱਖ ਕਰੋੜ ਦਾ ਇਹਦੇ 'ਚ ਵਾਧਾ ਕੀਤਾ ਗਿਆ। ਲੇਕਿਨ ਜੇ ਤੁਸੀਂ ਉਹਦੇ 'ਚ ਇਨਫਲੇਸ਼ਨ ਜੋੜ ਦਿਓ ਤਾਂ ਮੇਰੇ ਖਿਆਲ 'ਚ ਇਹ ਪਿਛਲੇ ਸਾਲ ਜਿੰਨਾ ਹੀ ਹੈ ਜੀ। ਇਹ ਇਨਫਲੇਸ਼ਨ ਰੇਟ ਮਤਲਬ ਸਰਕਾਰ ਦਾ ਜਿਹੜਾ ਟੋਟਲ ਖਰਚਾ ਉਹਦੇ 'ਚ ਕੋਈ ਜ਼ਿਕਰਯੋਗ ਵਾਧਾ ਨਹੀਂ ਹੈ ਜਿਸ ਤਰ੍ਹਾਂ ਦੀ ਇਕੋਨਮੀ ਨੂੰ ਆਪਾਂ ਕਹਿੰਦੇ ਹਾਂ ਕਿ ਅੱਗੇ ਲੈ ਕੇ ਜਾਣਾ। ਦੂਜੀ ਗੱਲ ਇਹ ਹੈ ਕਿ ਜਿਹੜਾ ਬਜਟ ਹੈ ਤੇ ਆਮ ਲੋਕਾਂ ਦਾ ਇਹੀ ਹੁੰਦਾ ਕਿ ਜਿਹੜਾ ਅੱਜ ਬਜਟ ਪੇਸ਼ ਹੋਇਆ ਉਹਦੇ ਬਾਰੇ ਚਰਚਾ ਹੁੰਦੀ ਹੈ, ਜਿਹੜਾ ਪਿਛਲਾ ਬਜਟ ਹੋਇਆ ਉਹ ਇਗਨੋਰ ਹੋ ਜਾਂਦਾ ਕੀ ਸੀ। ਤੇ ਇਹਦੇ 'ਚ ਬਹੁਤ ਸਾਰੀ ਲਫਾਜੀ ਯੂਜ਼ ਹੁੰਦੀ ਹੈ ਬਜਟ ਦੇ ਵਿੱਚ। ਤੇ ਪਿਛਲਾ ਜਿਹੜਾ ਬਜਟ ਸੀ ਉਹ ਵੀ 4 ਪੈਰਾਮੀਟਰਸ ਨਿਸ਼ਚਿਤ ਕੀਤੇ ਗਏ। ਉਹਦੇ ਵਿੱਚ ਵੀ ਇਨਕਲੂਸਿਵ ਡਿਵੈਲਪਮੈਂਟ ਦੀ ਗੱਲ ਹੋਈ, ਉਹਦੇ ਵਿੱਚ PM ਗਤੀ ਸ਼ਕਤੀ ਦੀ ਗੱਲ ਹੋਈ ਸੀ, ਇਨਫਰਾਸਟ੍ਰਕਚਰ ਡਿਵੈਲਪਮੈਂਟ ਦੀ ਗੱਲ ਹੋਈ, ਰੇਲਵੇ ਬਾਰੇ ਵੀ, ਹੋਰ ਬਾਰੇ ਵੀ। ਉਹ ਸਾਰਿਆਂ ਦੇ ਵਿੱਚ ਕਿੰਨੀ ਪ੍ਰਾਪਤੀ ਹੋਈ ਉਹਦੀ ਗੱਲ ਨਹੀਂ ਕੋਈ ਕਰਦਾ। ਇਹ ਨਵੇਂ ਸਪਤਰਿਸ਼ੀ ਦੇ ਤੌਰ ਤੇ ਆ ਜਾਂਦਾ ਹੈ ਨਾ। ਤੇ ਜਿਹੜੀ ਸਾਡੇ ਵਿੱਤ ਮੰਤਰੀ ਨੇ ਉਹਨਾਂ ਨੇ ਵੀ ਸਪਤਰਿਸ਼ੀ 1 by 1 ਉਹਦੀ ਉਹ ਸਪੀਚ ਦਿੱਤੀ ਕੀ ਹੋਣਾ ਕੀ ਹੈ। ਇਹਦੇ 'ਚ ਜਿਹੜੀਆਂ ਮੇਨ ਟਾਰਗੇਟ ਨੇ ਸਰਕਾਰ ਦੇ, ਬਜਟ ਜਿਹੜਾ ਉਹਨੂੰ ਪੂਰਾ ਜਿਹੜੇ ਆਬਜੈਕਟਿਵ ਹੈ ਉਹਨੂੰ ਪੂਰਾ ਕਰਨ ਦਾ ਇੱਕ ਮਾਧਿਅਮ ਹੈ। ਉਹਦੇ 'ਚ ਅੱਜ 2022 ਦੇ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਹੋਣੀ ਸੀ, ਉਹਦਾ ਕੋਈ ਜ਼ਿਕਰ ਨਹੀਂ ਹੈ ਖੇਤੀਬਾੜੀ ਦੇ ਵਿੱਚ। ਤੇ ਫਿਰ ਉਹਦੇ 'ਚ ਇਹ ਸੀਗਾ ਵੀ ਸਾਰਿਆਂ ਨੂੰ ਘਰ 2022 ਤੱਕ ਦੇ ਦੇਣੇ ਹੈ ਨਾ, ਜਿਹੜੇ PM ਆਵਾਸ ਯੋਜਨਾ ਜਿਹਦਾ ਅੱਜ ਵੀ ਕਾਫੀ ਜ਼ਿਕਰ ਹੋ ਰਿਹਾ। ਫਿਰ ਉਹਦੇ ਸੀਗਾ ਨਲ ਸੇ ਜਲ, ਸਭ ਦੇ ਘਰ ਟੁੱਟੀ ਲੱਗ ਜਾਣੀ 2022 ਤੱਕ, ਐਡ ਬੜੀ ਆਉਂਦੀ ਸੀ ਹੈ ਨਾ, ਸਾਰਾ ਕੁਝ ਆ ਰਿਹਾ ਜੀ। ਸੋ ਹੁਣ ਆਹ ਬਜਟ ਦੇ ਵਿੱਚ ਉਹਦੇ ਬਾਰੇ 'ਚ ਕਿਸੇ ਬਾਰੇ ਗੱਲ ਨਹੀਂ ਹੋਈ। ਉਹ ਫਿਰ ਅੱਗੇ ਚੱਲ ਗਿਆ ਕਿ ਆਵਾਸ ਯੋਜਨਾ ਲਈ ਇੰਨੇ 1000 ਕਰੋੜ ਦੀ ਐਲੋਕੇਸ਼ਨ ਹੋ ਗਈ, ਪਾਣੀ ਦੇਣ ਲਈ ਇੰਨੇ ਦੀ ਗੱਲ ਹੋ ਗਈ। ਉਹ ਸੀਗਾ 75 ਸਾਲਾ 2022 ਆਜ਼ਾਦੀ ਦਾ ਵਰ੍ਹਾ, ਹਿੰਦੁਸਤਾਨ ਭਾਰਤ ਦੀ ਆਜ਼ਾਦੀ ਦਾ 75ਵਾਂ ਵਰ੍ਹਾ। ਹੁਣ ਇਹ ਜਿਹੜਾ ਬਜਟ ਪੇਸ਼ ਹੋਇਆ ਉਹਦੇ 'ਚ ਸ਼ੁਰੂਆਤ 'ਚ ਹੀ ਜਿਹੜੇ ਵਿੱਤ ਮੰਤਰੀ ਹੈ ਉਹ ਇਹ ਕਹਿ ਰਿਹਾ ਹੈ ਕਿ ਇਹ ਆਉਣ ਵਾਲੇ 25 ਸਾਲਾਂ ਦਾ ਬਲੂਪ੍ਰਿੰਟ ਹੈ। ਉਹਦਾ ਮਤਲਬ ਇਹ ਹੈ ਕਿ 2047 'ਚ 100ਵਾਂ ਜਿਹੜੀ ਵਰ੍ਹੇਗੰਢ ਹੋਊਗੀ ਤੇ ਉਹਦੇ ਲਈ ਇਹ ਹੈ। ਇਹਦੇ 'ਚ ਬਹੁਤ ਸਾਰੇ ਜਿਹੜੇ ਵਾਅਦੇ ਨੇ ਉਹ 3-3 ਸਾਲਾਂ ਦੇ ਹੈ ਤੇ ਲੌਂਗ ਟਰਮ ਹੈ, ਇਹ ਕੋਈ ਪਤਾ ਨਹੀਂ ਕੀ ਹੋਣਾ। ਤੇ ਜੇ ਤੁਸੀਂ ਉਹਨੂੰ ਬਲੂਪ੍ਰਿੰਟ ਨੂੰ ਵੀ ਦੇਖੋ, ਜੇ ਤੁਸੀਂ ਪੜ੍ਹੋਗੇ ਨਾ ਤਾਂ ਉਹ ਕਹਿੰਦੇ ਆ ਕਿ ਇੰਡੀਆ ਜਿਹੜਾ ਉਹ ਪਾਵਰ ਹਾਊਸ, ਇਕਨੋਮਿਕ ਪਾਵਰ ਹਾਊਸ ਹੋਊਗਾ 2047 'ਚ। ਉਹਦੇ 'ਚ ਪਿਊਸ਼ ਗੋਇਲ ਜੀ ਤਾਂ ਕਹਿੰਦੇ ਆ ਕਿ 35 ਤੋਂ 40 ਟ੍ਰਿਲੀਅਨ ਡਾਲਰ ਦੀ ਇਕੋਨਮੀ ਹੋਊਗੀ। ਸਾਡੇ ਜਿਹੜੇ ਵਿਵੇਕ ਦਬਰਾਏ ਹੈ, ਜਿਹੜੇ ਨੀਤੀ ਆਯੋਗ ਦੇ ਵਿੱਚ ਚੀਫ ਇਕੋਨੋਮਿਸਟ ਹੈ, ਉਹ ਕਹਿੰਦੇ ਆ 15 ਤੋਂ 20 ਟ੍ਰਿਲੀਅਨ ਡਾਲਰ ਦੀ ਹੋਊਗੀ। ਇਸ ਬਜਟ ਦੇ ਵਿੱਚ ਇਹ ਵੀ ਜ਼ਿਕਰ ਨਹੀਂ ਆ ਕਿ ਜਿਹੜੀ ਤੁਸੀਂ 2025 ਤੱਕ 5 ਟ੍ਰਿਲੀਅਨ ਦੀ ਇਕੋਨਮੀ ਕਰਨੀ ਸੀ ਉਹ ਕੀ ਹੈ, ਉਹ ਕਿੱਥੇ ਗਈ।
ਉਹ ਕਿੱਥੇ ਆ, ਉਹ ਕਿੰਨਾ ਤੁਹਾਡਾ ਉਹਦੇ 'ਚ ਅਚੀਵਮੈਂਟ ਹੈਗੀ ਹੈ। ਤੇ ਗਰੋਥ ਰੇਟ ਪਿਛਲੇ ਸਾਲ ਨਾਲੋਂ ਇਸ ਸਾਲ ਘਟ ਗਿਆ। ਪਿਛਲੇ ਸਾਲ 8.5% ਤੱਕ ਜਾਂਦੇ ਸੀ, ਹੁਣ ਤਾਂ 7% ਤੋਂ ਵੀ ਥੱਲੇ ਆ। ਅਸੀਂ ਟੀਚਾ ਜਿਹੜਾ ਸੀ 7.8% ਦਾ ਸੀ, ਫਿਰ ਉਹਦੇ 'ਚ ਰਿਵਾਈਜ਼ ਕਰਦੇ ਅਸੀਂ ਹੁਣ 7% ਤੋਂ ਥੱਲੇ ਆ ਗਏ। ਸੋ ਇਹਦੇ 'ਚ ਜਿਹੜੀਆਂ ਮੁੱਖ ਗੱਲਾਂ ਨੇ ਉਹ ਤਾਂ ਹੈ ਕਿ ਜਿਹੜੀ ਮਿਡਲ ਕਲਾਸ ਹੈ ਉਹ ਅੱਜ ਦੇ ਬਜਟ ਤੋਂ, ਖਾਸ ਤੌਰ ਤੇ ਜਿਹੜੇ ਪੱਕੇ EMPLOYE ਨੇ ਜਿਨ੍ਹਾਂ ਨੂੰ ਰੈਗੂਲਰ EMPLOYMENT ਮਿਲੀ ਵੀ ਹੈ, ਉਹਨਾਂ ਦੀ ਗਿਣਤੀ ਬਹੁਤ ਥੋੜੀ ਹੈ। ਜਿਵੇਂ ਪੰਜਾਬ ਸਰਕਾਰ ਦੇ 3 ਲੱਖ ਤੋਂ ਵੀ ਥੱਲੇ ਹੈ, ਤੇ ਜਿਹੜੀ ਕੇਂਦਰ ਸਰਕਾਰ ਹੈ ਉਹਦੇ ਵੀ ਬਹੁਤ ਥੋੜੇ EMPLOYE ਹੈ। ਜਿਹੜੇ ਕੰਪਨੀਆਂ ਦੇ ਵਿੱਚ ਰੈਗੂਲਰ EMPLOYMENT ਵਾਲੇ ਹੈ, ਉਹਨਾਂ ਲਈ ਜਿਹੜੀ ਟੈਕਸ ਸਲੈਬ ਨਿਸ਼ਚਿਤ ਕੀਤੀ ਗਈ ਹੈ, ਜਿਹੜਾ ਉਹ ਟੈਕਸ ਦਾ ਬੈਨੀਫਿਟ ਦਿੱਤਾ ਗਿਆ, ਉਹ ਬੈਨੀਫਿਟ ਜਿਹੜਾ ਉਹਨੂੰ ਕਰਦਾ ਕਿ ਠੀਕ ਹੈ ਜੀ 7 ਲੱਖ ਤੱਕ ਕੋਈ ਟੈਕਸ ਨਹੀਂ, ਫਿਰ ਅੱਗੇ ਜਿਹੜੀ ਸ਼ੁਰੂ ਹੁੰਦੀ ਹੈ ਅੱਗੇ ਤੋਂ 0 ਤੋਂ 3 ਲੱਖ ਤੱਕ ਨਿਲ, ਫਿਰ 3 ਤੋਂ 6 ਤੱਕ 5%, 6 ਤੋਂ 9 ਤੱਕ 10%। ਉਹ ਇੱਕ ਰਾਹਤ ਜਿਹੜੀ ਹੈ ਉਸ ਸੈਕਸ਼ਨ ਨੂੰ ਹੈਗੀ ਹੈ ਜਿਹੜੀ ਸੈਲਰੀ ਜਿਹਦੀ ਇਨਕਮ ਹੋਣੀ ਹੈ ਜੀ, ਜਾਂ ਉਹਦੇ 'ਚ ਤੁਸੀਂ ਇਹ ਕਹਿ ਲਓ ਵੀ ਜਿਹੜੇ ਫਿਰ ਦੁਕਾਨਦਾਰ ਉਸ ਲੈਵਲ ਦੇ ਦੁਕਾਨਦਾਰ ਹੈ। ਲੇਕਿਨ ਉਹਦੇ 'ਚ ਜਿਹੜੇ ਵੱਡੇ ਪੱਧਰ ਤੇ ਲੋਕ ਨੇ ਜਿਨ੍ਹਾਂ ਦੀ ਕੋਈ ਇਨਕਮ ਨਹੀਂ, ਜਿਹੜੇ ਤੁਸੀਂ 80% ਤੱਕ ਲਾ ਸਕਦੇ ਹੋ, ਕਿ ਉਹ ਲੋਕਾਂ ਨੂੰ ਉਸ ਇਨਕਮ ਦਾਇਰੇ 'ਚੋਂ ਆਉਂਦੇ ਨਹੀਂ। ਬਹੁਤ ਸਾਰੀਆਂ ਉਹਦੇ 'ਤੇ ਰਿਸਰਚ ਖੋਜਾਂ ਹੈਗੀਆਂ ਨੇ, ਤੇ ਉਹਨਾਂ ਲਈ ਇਸ ਬਜਟ ਦੇ ਵਿੱਚ ਜਿਹੜੇ 2 ਮੁੱਦੇ ਹੈ ਮੇਨਲੀ, ਉਹ ਸਿਹਤ ਦਾ ਮੁੱਦਾ, ਐਜੂਕੇਸ਼ਨ ਦਾ ਮੁੱਦਾ, ਉਹਨਾਂ ਦੇ ਬੱਚਿਆਂ ਨੇ ਪੜ੍ਹਨਾ ਤੇ ਸਿਹਤ ਮਿਲਣੀ ਚਾਹੀਦੀ ਹੈ। ਉਹਦੀ ਐਲੋਕੇਸ਼ਨ ਬੜੀ ਅਜੀਬ ਗੱਲ ਹੈ। ਜੇ ਤੁਸੀਂ ਇਹ ਸਾਰੇ ਡਾਕੂਮੈਂਟ ਨੂੰ ਪੜ੍ਹੋ, ਜੇ ਤਾਂ ਤੁਸੀਂ ਡਾਕੂਮੈਂਟ ਆਪ ਦੇਖੋ ਫਿਰ ਤਾਂ ਤੁਹਾਨੂੰ ਪਿਛਲੇ ਸਾਲ ਦਾ ਕੰਪੈਰੀਜ਼ਨ ਮਿਲ ਜਾਏਗਾ, ਨਹੀਂ ਉਹ ਕਿਹਦੇ ਨਾਲ ਕਰ ਰਹੇ 14-15 ਨਾਲ, ਉਹ ਤਾਂ 14-15 ਸਾਡਾ ਕੀ ਸੀਗਾ, 19-20 ਨਾਲ ਹੈ ਨਾ, ਪਿਛਲੇ ਸਾਲ ਨਾਲ ਨਹੀਂ ਕਰ ਰਹੇ। ਸੋ ਉਹਦੇ 'ਚ 19 ਦੇ ਬਜਟ ਦੇ ਵਿੱਚ ਜਿਹੜਾ ਸੀ ਐਜੂਕੇਸ਼ਨ ਦੇ ਵਿੱਚ ਸਿਰਫ 0.1% ਦਾ ਵਾਧਾ ਹੋਇਆ 3 ਸਾਲਾਂ 'ਚ। ਇਸ ਵਾਰ ਮਤਲਬ 2.9 ਹੋਇਆ, 2.8 ਹੁੰਦਾ ਸੀਗਾ, ਉਹ 2.9 ਹੋ ਗਿਆ। ਤੇ ਉਹਦੇ ਮੁਕਾਬਲੇ 'ਚ ਹੀ ਕੁਝ ਪੁਆਇੰਟ ਦਾ ਵਾਧਾ ਹੋਇਆ ਹੈਲਥ ਦੇ ਬਾਰੇ 'ਚ। ਲੇਕਿਨ ਹੈਲਥ ਦੇ ਬਾਰੇ 'ਚ ਪਹਿਲਾਂ ਮੈਂ ਗੱਲ ਕਰਾਂ, ਉਹ ਇੰਨੀ ਕੀ ਹੈ ਕਿ ਨਰਸਿੰਗ ਕਾਲਜ ਖੋਲ ਦਾਂਗੇ 157, ਤੇ 2014 ਤੋਂ ਕਹਿੰਦਾ ਹੁਣ ਤੱਕ 140 ਮੈਡੀਕਲ ਕਾਲਜ ਬਣਾਤੇ। ਉਹਦੀ ਪੂਰੇ ਪਬਲਿਕ ਸੈਕਟਰ ਜਿੰਨਾ ਲੋਕਾਂ ਨੇ ਕੋਵਿਡ ਦੇ ਦੌਰਾਨ ਬਰਦਾਸ਼ਤ ਕਰਿਆ ਜਾਂ ਉਹਨਾਂ ਨੂੰ ਚਾਹੀਦਾ, ਉਹਦੇ 'ਚ ਕਿੰਨੇ ਲੋਕਾਂ ਨੂੰ ਕੀ ਚਾਹੀਦਾ ਉਹਦਾ ਜ਼ਿਕਰ ਨਹੀਂ ਹੈ। ਮੋਟੇ ਰੂਪ 'ਚ ਫਿਰ ਅੱਗੇ ਆਪਾਂ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਦੇ ਸੰਦਰਭ 'ਚ ਉਹਦੀ ਗੱਲ ਕਰੀਏ, ਉਹਦਾ ਕੋਈ ਖਾਸ ਇਹਦੇ 'ਚ ਉਲੇਖ ਨਹੀਂ ਹੈ। ਤੀਜਾ ਜਿਹੜਾ ਮੇਨ ਇਸ਼ੂ ਹੈ ਉਹ ਹੈਗਾ ਕਿ ਖੇਤੀਬਾੜੀ ਨੂੰ ਇਗਨੋਰ ਕਰਿਆ ਗਿਆ। ਉਹਦੇ ਸਿਰਫ ਖੇਤੀਬਾੜੀ ਕਰਜ਼ਾ 20 ਲੱਖ ਕਰੋੜ ਕਰਤਾ, 17 ਲੱਖ ਕਰੋੜ ਸੀਗਾ ਪਿਛਲਾ, ਜੇ ਐਕਚੁਅਲ ਦੇਖੋ ਤਾਂ ਉਹਦੇ ਤੋਂ ਉਹ 20 ਲੱਖ ਕਰੋੜ ਦਾ ਕਰਜ਼ੇ ਦੀ ਰਕਮ ਜਿਹੜੀ ਜਾਰੀ ਹੋਣੀ ਹੈ ਉਹ ਵਧਾ ਦਿੱਤੀ। ਲੇਕਿਨ ਜਿਹੜੀਆਂ ਬਾਕੀ ਐਲੋਕੇਸ਼ਨਾਂ ਨੇ, ਖਾਸ ਤੌਰ ਤੇ ਇਰੀਗੇਸ਼ਨ ਦੇ ਅੰਡਰ, ਉਹਦਾ ਬਜਟ ਘਟਾਤਾ ਹੈ ਜੀ। ਹੋਰ ਬਹੁਤ ਸਾਰੇ ਬਜਟ ਜਿਹੜੇ ਆ ਉਹਨਾਂ ਤੇ ਕੱਟ ਲੱਗਿਆ। ਤੇ ਇਸੇ ਤਰ੍ਹਾਂ ਹੀ ਜਿਹੜਾ ਤੁਸੀਂ ਕਹੋ ਕਿ MSP ਦੇ ਅੰਡਰ ਤੁਸੀਂ ਖਰੀਦ ਕਰਨ ਲਈ ਜਿਹੜੀ ਤੁਸੀਂ ਕਿਸਾਨ ਮੋਰਚੇ ਦੇ ਦੌਰਾਨ ਕਿਸਾਨਾਂ ਨਾਲ ਇੱਕ ਵਾਅਦਾ ਕਰਿਆ ਕਿ ਅਸੀਂ MSP ਦੀ ਗਾਰੰਟੀ ਵਾਲਾ ਜਿਹੜਾ ਇਸ਼ੂ ਹੈ ਉਹ ਤਾਂ ਹੁੰਦਾ ਕਿ ਜੇ ਤੁਸੀਂ ਬਜਟ ਦੇ ਵਿੱਚ ਐਲੋਕੇਸ਼ਨ ਕਰੋ ਕਿ MSP ਤੇ ਅਸੀਂ ਸਰਕਾਰ ਨੇ ਫਸਲ ਖਰੀਦਣੀ ਹੈ, ਉਹਦੇ ਲਈ ਤੁਹਾਨੂੰ ਉੱਥੇ ਐਲੋਕੇਸ਼ਨ ਕਰਨੀ ਪੈਂਦੀ ਹੈ, ਉਹਦਾ ਕੋਈ ਜ਼ਿਕਰ ਨਹੀਂ ਹੈ। ਤੇ ਇਸੇ ਸੰਦਰਭ 'ਚ ਇਨਫਰਾਸਟ੍ਰਕਚਰ ਜਾਂ ਡਿਵੈਲਪਮੈਂਟ ਐਗਰੀਕਲਚਰ ਦੀ ਉਹਦੇ ਲਈ ਕਿਹੜੀ ਇਨਵੈਸਟਮੈਂਟ ਕਿੰਨੀ ਹੋਣੀ ਹੈ ਉਹਦਾ ਕੋਈ ਖਾਸ ਜ਼ਿਕਰ ਨਹੀਂ ਹੈ। ਤੇ ਇਹ ਤੋਂ ਅੱਗੇ ਜਿਹੜਾ ਮੇਨ ਹੈਗਾ ਉਹ ਹੈਗਾ ਰੁਜ਼ਗਾਰ ਵਾਲਾ, ਹੈ ਨਾ। ਬੜੀ ਕਮਾਲ ਦੀ ਇਸ 'ਚ ਗੱਲ ਹੈਗੀ ਕਿ ਕੋਵਿਡ ਦੇ ਦੌਰਾਨ ਜਦੋਂ ਲੋਕ ਸ਼ਹਿਰਾਂ ਤੋਂ ਪਿੰਡਾਂ ਨੂੰ ਚਲੇ ਗਏ, ਜਦੋਂ ਹੋਰ ਕੋਈ ਵਸੀਲਾ ਨਹੀਂ ਸੀ, ਪੈਦਾਵਾਰ ਬੰਦ ਹੋ ਗਈ, ਯੂਨਿਟ ਬੰਦ ਹੋ ਗਏ, ਲੋਕਾਂ ਨੂੰ ਮਨਰੇਗਾ ਦੇ ਅੰਡਰ ਪਿੰਡਾਂ 'ਚ ਰੁਜ਼ਗਾਰ ਦਿੱਤਾ ਗਿਆ। PhD ਵਾਲੇ ਬੰਦਿਆਂ ਨੇ ਵੀ ਉੱਥੇ ਕੰਮ ਕਰਿਆ। ਉਸ ਦਾ ਉਦੋਂ ਐਲੋਕੇਸ਼ਨ 1 ਲੱਖ ਕਰੋੜ ਤੋਂ ਉੱਤੇ ਕਰ ਦਿੱਤੀ ਗਈ ਸੀ, ਜਿਹੜਾ ਤੁਹਾਡਾ 2021 ਦਾ ਬਜਟ ਹੈ। ਪਿਛਲੇ ਬਜਟ ਦੇ ਵਿੱਚ ਉਹ 73,000 ਕਰੋੜ ਕਰਤੀ ਘਟਾਈ। ਐਕਚੁਅਲ ਜਿਹੜਾ ਖਰਚਾ ਹੋਇਆ ਉਹ ਕੋਈ 79,000 ਕਰੋੜ ਦਾ, ਲੇਕਿਨ ਇਸ ਬਜਟ ਦੇ ਵਿੱਚੋਂ ਐਲੋਕੇਸ਼ਨ 60,000 ਕਰੋੜ ਹੈ।
ਹਾਂਜੀ ਮੈਂ ਤੁਸੀਂ ਰੁਜ਼ਗਾਰ ਕਿੱਥੇ ਪੈਦਾ ਕਰਨਾ। ਤੇ ਜਿਹੜੇ ਜਿੰਨੀ ਆਟੋਮੇਸ਼ਨ ਆ ਜਾਂ ਹੋਰ ਆ ਜਿਹੜਾ ਰੁਜ਼ਗਾਰ ਦਾ ਵੱਡਾ ਮਸਲਾ, ਜਿੰਨੀਆਂ ਤੁਸੀਂ ਰਿਪੋਰਟਾਂ ਦੇਖਣੀਆਂ, ਜੇ ਤੁਸੀਂ ਕਹੋ ਵੀ ਹਾਂ ਜੀ ਜਿਹੜੀ ਡੈਫੀਨੇਸ਼ਨ ਦੇ ਹਿਸਾਬ ਨਾਲ ਪਿਛਲੇ 1 ਹਫ਼ਤੇ 'ਚ 1 ਦਿਨ ਕੰਮ ਕਰਿਆ ਉਹਨੂੰ ਰੁਜ਼ਗਾਰ ਮੰਨੀ ਜਾਓ, ਉਹ ਵੱਖਰੀ ਗੱਲ ਹੈ। ਲੇਕਿਨ ਰੁਜ਼ਗਾਰ ਪੈਦਾ ਕਰਨ ਵਾਲਾ ਇਹਦੇ ਇਸ ਬਜਟ ਦੇ ਵਿੱਚ ਉਹਦਾ ਕੋਈ ਫੋਕਸ ਨਹੀਂ ਹੈ। ਰਾਣਾ ਸਾਹਿਬ ਇੱਕ ਥਾਂ ਤੇ ਜ਼ਿਕਰ ਹੈਗਾ ਕਿ ਯੂਥ ਵਾਸਤੇ ਇਹਨਾਂ ਨੇ ਸਟਾਈਪੈਂਡ ਦੇਣਾ 47 ਲੱਖ ਯੂਥ ਨੂੰ ਡਾਇਰੈਕਟ ਬੈਨੀਫਿਟ ਜਿਹੜਾ ਉਹ ਟ੍ਰਾਂਸਫਰ ਕਰਨਾ। ਇਹ ਕੀ ਚੀਜ਼ ਹੈ? ਉਹ ਜਿਹੜਾ ਹੈ ਜੀ ਉਹ 3 ਸਾਲ ਦਾ ਟਾਰਗੇਟ ਹੈ। ਪਹਿਲੀ ਗੱਲ ਤਾਂ ਇਹ ਹੈ 47 ਜਿਹੜਾ ਲੱਖ ਕਰੋੜ ਹੈ ਉਹ ਹੈਗਾ। ਤੁਸੀਂ ਜਿਵੇਂ ਐਜੂਕੇਸ਼ਨ ਦੇ ਵਿੱਚ ਜਿਹੜਾ ਸਕਾਲਰਸ਼ਿਪ ਦਿੰਦੇ ਹੋ, ਤੁਸੀਂ ਉਹਨੂੰ ਕੋਈ ਜਿਹੜੀ ਅੱਗੇ ਜਿਹੜੀ SC BC ਕੈਟੇਗਰੀ ਹੈ ਉਹਦਾ ਸਕਾਲਰਸ਼ਿਪ ਦਿੰਦੇ ਹੋ। ਇਹਨੂੰ ਲਿਆਉਣਾ ਪਹਿਲਾਂ ਵੀ ਚੱਲ ਰਿਹਾ ਹੈ, ਇਹਨੂੰ ਡਾਇਰੈਕਟ DBT ਦੇ ਅੰਡਰ ਲਿਆਉਣਾ ਹੈ ਨਾ। ਮਤਲਬ ਹੈ ਉਹੀ ਕੁਝ ਹੈ, ਸਿਰਫ ਉਹਦਾ ਚੋਲਾ ਹੀ ਬਦਲਿਆ। ਉਹਦਾ 3 ਸਾਲ ਦਾ ਉਹਦੇ ਚ ਕੀ ਹੈ, ਇਹਨਾਂ ਨੇ ਅੱਗੇ ਕਿਹਾ ਕਿ ਅਸੀਂ 100 ਲੈਬ ਐਸਟੈਬਲਿਸ਼ ਕਰਾਂਗੇ ਜਿੱਥੇ ਸਕਿੱਲ ਦੀ ਟ੍ਰੇਨਿੰਗ ਦਿੱਤੀ ਜਾਊਗੀ, ਇੰਪਲੋਇਮੈਂਟਿਟੀ ਜਿਹੜੀ ਹੈ ਲੋਕਾਂ ਦੀ ਵਧਾਉਣ ਲਈ, ਤਾਂ ਕਿ ਉਹਨਾਂ ਨੂੰ ਰੁਜ਼ਗਾਰ ਮਿਲ ਸਕੇ। ਲੇਕਿਨ ਜਿਹੜੇ ਲੋਕ ਰੁਜ਼ਗਾਰ ਸਕਿੱਲ ਪ੍ਰਾਪਤ ਕਰੀ ਘੁੰਮ ਰਹੇ ਹੈ ਨਾ, ਚਾਹੇ ਉਹ MBBS ਕਰੀ ਵੀ ਹੈ, ਚਾਹੇ ਉਹਨਾਂ ਨੇ BTech ਕਰੀ ਵੀ ਹੈ, ਚਾਹੇ ਉਹ MPhil PhD ਕਰੀ ਫਿਰਦੇ ਆ, ਹੋਰ ਬਹੁਤ ਸਾਰੀ ਸਕਿੱਲ ਜਿਹੜੀ ITI ਚ ਲਈ ਫਿਰਦੇ ਆ, ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ। ਉਹਨਾਂ ਦਾ ਕੀ ਹੈ ਮਤਲਬ ਰੁਜ਼ਗਾਰ ਦਾ ਟਾਰਗੇਟ ਜਦੋਂ ਇਹ ਸਰਕਾਰ ਮਤਲਬ ਪਹਿਲੀ ਟਰਮ ਦੇ ਵਿੱਚ ਇਹ ਸੀ ਕਿ 1 ਸਾਲ 'ਚ 2 ਕਰੋੜ ਰੁਜ਼ਗਾਰ ਪੈਦਾ ਕਰਨਾ। ਮਤਲਬ ਜਿਹੜਾ 10 ਸਾਲਾਂ ਦੇ ਵਿੱਚ 22 ਤੱਕ ਦਾ ਟੀਚਾ ਸੀਗਾ 10 ਕਰੋੜ ਰੁਜ਼ਗਾਰ ਦਾ, ਉਹ ਰੁਜ਼ਗਾਰ ਦੀ ਥਾਂ ਦਾ ਲੱਖਾਂ ਦੇ ਵਿੱਚ ਹੋ ਰਿਹਾ। ਮਤਲਬ 15 ਤੋਂ 20 ਲੱਖ ਰੁਜ਼ਗਾਰ ਜਾ ਕਿੰਨਾ ਰਿਹਾ ਉਹਦਾ ਕੋਈ ਅੰਕੜਾ ਨਹੀਂ ਹੈ। ਇਹਦਾ ਬੜੀ ਵਿਡੰਬਨਾ ਇਹ ਕਿ ਬਹੁਤ ਸਾਰੇ ਲੋਕਾਂ ਦਾ ਰੁਜ਼ਗਾਰ ਜਾ ਰਿਹਾ, ਉਹਦੇ ਬਾਰੇ 'ਚ ਇਹ ਚੁੱਪ ਹੈ। ਜੀ ਟਵਾਣਾ ਸਾਹਿਬ, ਆਪਾਂ ਹੋਰ ਵੀ ਗੱਲ ਕਰਦੇ ਹਾਂ। ਮੇਰੇ ਮਨ 'ਚ ਉੱਥੇ ਆ ਰਿਹਾ ਸੀ, ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਵੀ ਜਿਹੜੀਆਂ ਚੀਜ਼ਾਂ ਮਹਿੰਗੀਆਂ ਹੋ ਗਈਆਂ, ਸਸਤੀਆਂ ਹੋ ਗਈਆਂ, ਤੇ ਫਿਰ ਅਸੀਂ ਧਾਲੀਵਾਲ ਸਾਹਿਬ ਕੋਲੋਂ ਪੁੱਛਦੇ ਹਾਂ ਕਿ ਸਮਾਜਿਕ ਤੌਰ ਤੇ ਉਹ ਕੀ ਸੋਚਦੇ ਆ। ਟਵਾਣਾ ਸਾਹਿਬ, ਮੈਂ ਤੁਹਾਡੇ ਕੋਲ ਫੇਰ ਆਉਣਾ। ਜਿਵੇਂ ਕਹਿੰਦੇ ਕਿ ਜਿਹੜੀ ਚਾਂਦੀ ਹੈ, ਉਸ ਤੋਂ ਬਣਨ ਵਾਲੇ ਗਹਿਣੇ ਹੈ, ਸੋਨਾ ਹੈ, ਹੀਰੇ ਹੈ, ਹਾਂਜੀ, ਇਹਦੇ ਨਾਲ ਕਿਚਨ ਦੀਆਂ ਚਿਮਨੀਆਂ ਨੇ, ਫਿਰ ਇਹਦੇ ਨਾਲ ਸਿਗਰਟ ਹੈ, ਛਤਰੀ ਹੈ, ਪਲੈਟੀਨਮ ਦੀਆਂ ਚੀਜ਼ਾਂ ਨੇ, ਇਹ ਮਹਿੰਗੀਆਂ ਹੋ ਗਈਆਂ ਨੇ। ਸਸਤੀਆਂ ਕਿਹੜੀਆਂ ਨੇ? ਵਹੀਕਲ ਜਿਹੜੀ ਨਵਾਂ ਆ ਰਿਹਾ ਤੁਹਾਡੇ ਕੋਲੇ, ਬਿਜਲੀ ਨਾਲ ਚੱਲਣ ਵਾਲੇ, ਬੈਟਰੀ ਨਾਲ ਚੱਲਣ ਵਾਲੇ ਵਹੀਕਲ ਉਹ ਆ ਰਹੇ ਨੇ। ਕੈਮਰਾ ਸਸਤਾ, ਆਟੋਮੋਬਾਈਲ, ਸਾਈਕਲ, ਮੋਬਾਈਲ ਫੋਨ, ਕਾਰਾਂ, ਖਿਡੌਣੇ, LED ਤੇ ਘੜੀਆਂ। ਮਤਲਬ ਉਸ ਪਾਸੇ ਮੰਨਿਆ ਇਹ ਕਰ ਦਿੱਤਾ, ਪਰ ਦੂਸਰੇ ਪਾਸੇ ਧਾਲੀਵਾਲ ਸਾਹਿਬ ਜਿਵੇਂ ਖਾਣ ਵਾਲੀਆਂ ਚੀਜ਼ਾਂ ਨੇ ਜਿਹਦੇ ਵਿੱਚ ਦੁੱਧ ਹੈ, ਆਟਾ ਹੈ, ਤੇਲ ਹੈ, ਪੱਤੀ ਹੈ, ਜਿਹੜੀਆਂ ਚੀਜ਼ਾਂ ਨੂੰ ਹਾਈਲਾਈਟ ਹੋਣਾ ਚਾਹੀਦਾ ਸੀਗਾ ਕਿ ਇੱਧਰ ਵੀ, ਕਿਉਂਕਿ ਮਹਿੰਗਾਈ ਅਸੀਂ ਬੜੀ ਝੱਲ ਚੁੱਕੇ ਹਾਂ। ਕੋਵਿਡ ਦੇ ਦੌਰਾਨ ਬਹੁਤ ਵੱਡਾ ਜਿਹੜਾ ਉਹ ਸਾਨੂੰ ਸਹਿਣਾ ਪਿਆ, ਬੜੇ ਲੋਕਾਂ ਦਾ ਰੁਜ਼ਗਾਰ ਚਲਿਆ ਗਿਆ, ਬਹੁਤ ਸਾਰੇ ਉਦਯੋਗ ਬੰਦ ਹੋ ਗਏ ਨੇ, ਛੋਟੇ ਜਿਹੜੇ ਆ ਕਾਰਖਾਨੇ ਬੰਦ ਹੋ ਗਏ। ਤੁਸੀਂ ਇਹਨੂੰ ਕਿਵੇਂ ਵੇਖਦੇ ਹੋ ਸਾਰੇ ਨੂੰ? ਦੇਖੋ ਜੀ ਬੜੈਚ ਸਾਹਿਬ, ਮੈਂ ਟਵਾਣਾ ਸਾਹਿਬ ਦੀਆਂ ਗੱਲਾਂ ਦੀ ਪ੍ਰੋੜਤਾ ਹੀ ਕਰੂੰਗਾ ਜੀ। ਫਿਰ ਵੀ ਮੈਂ ਮੈਨੇਜਮੈਂਟ ਦਾ ਸਟੂਡੈਂਟ ਹਾਂ, ਇਹ ਪਿਓਰਲੀ ਇਕਨੋਮਿਕਸ ਦੇ ਸਟੂਡੈਂਟ ਨੇ। 1 ਮਿੰਟ ਮੈਂ ਤੁਹਾਡਾ ਥੋੜਾ ਜਿਹਾ ਇਸ ਡਿਸਕਸ਼ਨ 'ਚ ਲਾਵਾਂਗਾ ਕਿ ਜਿਹੜਾ ਬਜਟ ਹੁੰਦਾ ਹੈ, ਕੇਵਲ ਤੇ ਕੇਵਲ 1 ਵਿੱਤੀ ਸਾਲ ਦੀ ਫਾਈਨੈਂਸ਼ੀਅਲ ਪਲੈਨਿੰਗ ਹੁੰਦੀ ਹੈ। ਇਹ ਪਲੈਨਿੰਗ ਕੀਤੀ ਕਿਉਂ ਜਾਂਦੀ ਹੈ? ਜਿਹੜੇ ਸਾਡੇ ਵੱਡੇ ਆਬਜੈਕਟਿਵ ਹੁੰਦੇ ਨੇ, ਸਰਕਾਰ ਬਣ ਕੇ ਆਈ 5 ਸਾਲਾਂ ਲਈ, ਲੋਕਾਂ ਨਾਲ ਵਾਅਦਾ ਕਰਕੇ ਆਈ ਕਿ ਅਸੀਂ 5 ਸਾਲਾਂ 'ਚ ਆਹ ਕੁਛ ਕਰਾਂਗੇ, ਉਹਦੇ ਨਾਲ ਉਹ ਪਾਲਿਸੀ ਤੈਅ ਕਰਦੇ ਨੇ ਕਿ ਇਹ ਪਾਲਿਸੀ ਸਾਡੀ ਹੋਏਗੀ। ਉਹ ਪਾਲਿਸੀ ਦੇ ਅਨੁਸਾਰ ਆਬਜੈਕਟਿਵਸ ਨੂੰ ਅਚੀਵ ਕਰਨ ਲਈ ਸਟੈਪ ਬਾਈ ਸਟੈਪ, ਪਹਿਲੇ ਸਾਲ ਅਸੀਂ ਆਹ ਕਰ ਲਿਆ, ਦੂਜੇ ਸਾਲ ਆਹ ਕਰ ਲਿਆ, ਤੀਜੇ ਸਾਲ ਆਹ ਕਰ ਲਿਆ, ਚੌਥੇ ਸਾਲ ਆਹ ਕਰ ਲਿਆ, 5ਵੇਂ ਸਾਲ 'ਚ ਆ ਕੇ ਬਿਲਕੁਲ ਟਵਾਣਾ ਸਾਹਿਬ ਨੇ ਠੀਕ ਕਿਹਾ ਕਿ ਉਹ 5 ਸਾਲਾਂ ਦਾ ਲੇਖਾ ਜੋਖਾ ਦੇਣਾ ਚਾਹੀਦਾ ਸੀ ਕਿ ਇਸ ਬਜਟਰੀ ਪ੍ਰੋਵੀਜ਼ਨ ਦੇ ਤਹਿਤ, ਇਹ ਸਾਡੀ ਸ਼ਾਰਟ ਰਨ ਪਲੈਨਿੰਗ ਤਹਿਤ, ਸਾਡੀ ਜਿਹੜੀ 5 ਸਾਲਾਂ ਦੀ ਲੌਂਗ ਰਨ ਪਲੈਨਿੰਗ ਸੀ, ਉਹਦੇ ਵਿੱਚ ਅਸੀਂ ਇੱਥੇ ਪਹੁੰਚ ਗਏ। ਲੇਕਿਨ ਪਹੁੰਚੇ ਕਿੱਥੇ? ਸਗੋਂ ਇੱਕ ਹੋਰ ਮੈਨੂੰ ਬੜੀ ਅਜੀਬ ਲੱਗੀ, ਇੱਕ TV ਚੈਨਲ ਤੇ ਮੈਂ ਇੱਕ ਦੇਖੀ ਡਿਸਕਸ਼ਨ, ਉਹ 'ਚ ਇੱਕ ਸੱਜਣ ਨੇ ਕਿਹਾ ਕਿ ਇਹ ਬਜਟ ਹੈ ਜਿਹੜਾ ਲੋਕ ਲਭਾਊ ਬਿਲਕੁਲ ਨਹੀਂ ਹੈ। ਕਿਸੇ ਹੱਦ ਤੱਕ ਮੈਂ ਮੰਨ ਵੀ ਸਕਦਾ, ਪਰ ਇਹ ਕਹਿ ਦੇਣਾ ਕਿ 25 ਸਾਲਾਂ ਦਾ ਬਲੂਪ੍ਰਿੰਟ ਹੈ,
ਇਹ ਇਦੋਂ ਵੱਡਾ ਲੋਕ ਲਵਾਉ ਕੀ ਹੋ ਸਕਦਾ? ਮਤਲਬ ਤੁਹਾਨੂੰ ਗਰੰਟੀ ਹੈ ਵੀ 25 ਸਾਲਾਂ ਦੀ ਸਰਕਾਰ ਤੁਹਾਡੀ ਰਹੂਗੀ? ਤੁਹਾਨੂੰ ਇਹ ਨਹੀਂ 25 ਲੱਗਦਾ ਸਾਲ ਤੁਹਾਡੀਆਂ ਯੋਜਨਾਵਾਂ ਚੱਲਣਗੀਆਂ? ਨਹੀਂ ਧਾਰੀਵਾਲ ਸਾਹਿਬ, ਤੁਹਾਨੂੰ ਇਹ ਨਹੀਂ ਲੱਗਦਾ ਕਿ ਇਹ ਇੱਕ ਨੈਰੇਟਿਵ ਸਿਰਜਿਆ ਜਾ ਰਿਹਾ ਲੋਕਾਂ ਦੇ ਮਨਾਂ 'ਚ ਪਾਉਣ ਵਾਸਤੇ ਕਿ ਅਸੀਂ ਹੁਣ ਨਹੀਂ ਜਾਣ ਵਾਲੇ? ਕੌਨਫੀਡੈਂਸ ਦਿਖਾਇਆ ਜਾ ਰਿਹਾ ਹੈ ਕਿ ਦੇਖੋ ਅਸੀਂ ਹੀ ਹਾਂ, ਅਗਲੀਆਂ ਸਾਰਾ ਕੁਝ ਅਸੀਂ ਕਰਨਾ ਹੈ। ਸੋ ਇਸ ਗੱਲ ਨੂੰ ਮੈਂ ਇਹਨਾਂ ਦੀ ਪ੍ਰੋੜਤਾ ਕਰਦਾ ਹੋਇਆ, ਪਹਿਲੀ ਗੱਲ ਤਾਂ ਇਹ ਹੋਗੀ ਜੀ। ਦੂਜੀ ਗੱਲ ਜਿਹੜੀ ਤੁਸੀਂ ਇਹ ਕਿਹਾ ਹੈ ਕਿ ਇਹਦੇ ਸਮਾਜਿਕ ਪ੍ਰਭਾਵ, ਇਹਦੇ ਆਰਥਿਕ ਪ੍ਰਭਾਵ, ਉਹ ਟਵਾਣਾ ਸਾਹਿਬ ਨੇ ਵੀ ਕਹਿਤਾ, ਮੈਨੂੰ ਵੀ ਬਿਲਕੁਲ ਸਪਸ਼ਟ ਨਜ਼ਰ ਆ ਰਿਹਾ ਹੈ ਕਿ ਮੇਨ ਮੁੱਦੇ ਜਿਹੜੇ ਹੁਣ ਨੇ ਸਾਡੇ, ਉਹ ਸਾਡੇ ਸਮਾਜ ਦੇ ਅੰਦਰ ਸਭ ਤੋਂ ਔਖਾ ਕੰਮ ਹੋਇਆ ਪਿਆ ਹੈ ਸਿਹਤ ਸੇਵਾਵਾਂ ਦਾ। ਇੱਕ ਤਾਂ ਬਹੁਤ ਮਾੜੀਆਂ ਨੇ ਜਿਹੜੀਆਂ ਸਰਕਾਰੀ ਨੇ, ਜਿਹੜੀਆਂ ਗੈਰ ਸਰਕਾਰੀ ਨੇ ਉਹ ਬਹੁਤ ਮਹਿੰਗੀਆਂ ਨੇ। ਮਤਲਬ ਨਾ ਅਸੀਂ ਉਹ ਨਾ ਅਵੇਲ ਕਰ ਸਕਦੇ ਆ, ਨਾ ਅਸੀਂ ਉਹ ਅਵੇਲ ਕਰ ਸਕਦੇ ਆ। ਅੱਛਾ, ਇਹੀ ਕੁਝ ਸਾਡਾ ਐਜੂਕੇਸ਼ਨ ਦਾ ਹੈ। ਜਿਹੜੇ ਸਰਕਾਰੀ ਸਕੂਲ ਹੈ ਉਹਨਾਂ ਦੇ ਵਿੱਚ ਟੀਚਰ ਨਹੀਂ ਹੈਗੇ, ਜਿਹੜੇ ਕੋਈ ਹੈਗੇ ਉਹ ਤਨਖਾਹ ਪੂਰੀਆਂ ਤੇ ਨਹੀਂ ਹੈਗੇ। ਨੇਚਰਲੀ ਇਹ ਸਾਰਾ ਉਹਨਾਂ ਦੀ ਪਰਫਾਰਮੈਂਸ ਨੂੰ ਵੀ ਇਨਫਲੂਐਂਸ ਕਰੇਗਾ। ਤੇ ਜਿਹੜਾ ਪ੍ਰਾਈਵੇਟ ਅਦਾਰੇ ਨੇ ਉਹਨਾਂ ਦੀਆਂ ਆਮ ਆਦਮੀ, ਜਿਹੜਾ ਆਮ ਆਦਮੀ ਵੀ ਹੁਣ ਸ਼ਬਦ ਕਹਿਣਾ ਔਖਾ ਲੱਗਦਾ, ਆਮ ਨਾਗਰਿਕ ਕਹੂੰਗਾ ਮੈਂ ਸ਼ਬਦ, ਕਿਉਂਕਿ ਆਮ ਆਦਮੀ ਇੱਕ ਪਾਰਟੀ ਆ ਗਈ ਉਹਦੇ ਕਰਕੇ ਔਖਾ ਲੱਗਦਾ। ਆਮ ਨਾਗਰਿਕ ਹੈ ਜਿਹੜਾ, ਉਹ ਉਹਨਾਂ ਦੀ ਪੇਮੈਂਟ ਨਹੀਂ ਕਰ ਸਕਦਾ। ਉਹ ਦੋਨੇ ਪੱਖਾਂ ਤੇ ਇਹ ਕੁਛ ਨਹੀਂ ਦੱਸਿਆ ਗਿਆ ਪਿਛਲੇ 4 ਸਾਲਾਂ 'ਚ ਅਸੀਂ ਕੀ ਕੀਤਾ। ਬੜਾ ਇੰਟਰਸਟਿੰਗ, ਹਾਲਾਂਕਿ ਟਵਾਣਾ ਸਾਹਿਬ ਨੇ ਹਾਈਲਾਈਟ ਕੀਤਾ ਕਿ ਜਿਹੜੇ ਸਾਡੇ 150 ਦੇ ਨੇੜੇ ਤੇੜੇ ਮੈਡੀਕਲ ਕਾਲਜ ਸੀ, ਉਹਨਾਂ ਦੇ ਨਾਲ ਅਸੀਂ ਨਰਸਿੰਗ ਕਾਲਜ ਖੋਲਾਂਗੇ। ਇਹ ਬਿਲਕੁਲ ਨਹੀਂ ਕਲੀਅਰ ਕੀਤਾ ਵੀ ਉਹ ਪ੍ਰਾਈਵੇਟ ਅਦਾਰੇ ਖੋਲਣਗੇ ਕਿ ਸਰਕਾਰ ਖੋਲੇਗੀ। ਕੌਣ ਖੋਲੇਗਾ? ਉਹ ਅਲਟੀਮੇਟਲੀ ਉਹਦਾ ਫਾਇਦਾ ਕਿਹਨੂੰ ਜਾਏਗਾ? ਪ੍ਰਾਈਵੇਟ ਸੈਕਟਰ। ਇਹ ਵੀ ਇੱਕ ਬਿਲਕੁਲ ਸਮਝਣ ਵਾਲੀ ਗੱਲ ਹੈ। ਸੋ ਅਲਟੀਮੇਟਲੀ ਕੁੱਲ ਮਿਲਾ ਕੇ ਇਹਦੇ ਵਿੱਚ ਇਹ ਆ, ਸਮਾਜਿਕ ਪ੍ਰਭਾਵ ਦੀ ਜਿਹੜੀ ਗੱਲ ਕਰਦੇ ਆ, ਉਹ ਟਵਾਣਾ ਸਾਹਿਬ ਨੇ ਪਹਿਲਾਂ ਹੀ ਹਾਈਲਾਈਟ ਕਰਤੀ। ਜਿਹੜਾ ਸੈਲਰੀਡ ਕਲਾਸ ਹੈ, ਮੈਂ ਇਹਨੂੰ ਇਦਾਂ ਸਮਝਦਾ, ਜਿਹੜੇ ਲੋਕਾਂ ਨੂੰ 5 ਲੱਖ ਤੋਂ 7 ਲੱਖ ਦੀ ਸਲੈਬ 'ਚ ਲੈ ਗਏ ਪਿਛਲੇ 5 ਸਾਲਾਂ ਤੋਂ ਜਾਂ ਕਈ ਸਾਲਾਂ ਤੋਂ, ਇਹ ਸਲੈਬ 'ਚ ਵਾਧਾ ਨਹੀਂ ਸੀ ਹੋਇਆ। ਵਾਧਾ ਨਾ ਹੋਣ ਕਰਕੇ ਜਿਹੜੇ ਬੰਦੇ ਉਦੋਂ 5 ਲੱਖ ਵਾਲੀ ਸਲੈਬ 'ਚ ਸੀ, 4 ਸਾਲ ਤਾਂ ਰੱਜ ਕੇ ਉਹਨਾਂ ਤੋਂ ਟੈਕਸ ਲਿਆ, ਉਹਨਾਂ ਦੇ 5 ਇਨਕਰੀਮੈਂਟ ਪੈ ਗਏ, 5 ਸਾਲਾਂ 'ਚ 10 ਡੀਏ ਦੀਆਂ ਕਿਸ਼ਤਾਂ ਪੈ ਗਈਆਂ, ਤੇ ਉਹ ਵੈਸੇ ਹੀ 7 ਲੱਖ 'ਚ ਆ ਗਏ। ਅਲਟੀਮੇਟਲੀ ਇਹ ਉਹੀ ਗਰੀਬ ਲੋਕ ਨੇ। ਜਦੋਂ ਇਨਫਲੇਸ਼ਨ ਪਾ ਲਓ ਤਾਂ ਫਿਰ ਵੈਸੇ ਹੀ ਉਹ 5 ਲੱਖ ਦਾ 7 ਲੱਖ ਬਣ ਜਾਣਾ। ਅਲਟੀਮੇਟਲੀ ਉਹਨੂੰ ਫਾਇਦਾ ਨਹੀਂ ਦਿੱਤਾ। ਉਹਨੂੰ ਇਹ ਕਹਿ ਲਓ ਕਿ ਉਹਨੂੰ 4 ਸਾਲ ਨਿਚੋੜ ਕੇ ਹੁਣ ਉਹਨੂੰ ਅਹਿਸਾਸ ਕਰਾਤਾ ਵੀ ਦੇਖ ਤੇਰਾ ਕਿੱਡਾ ਵੱਡਾ 4 ਸਾਲ ਲੁੱਟ ਕੇ 5ਵੇਂ ਸਾਲ ਉਹਨੂੰ ਕਹਿਦਾ ਵੀ ਆ ਦੇਖੋ ਤੁਹਾਨੂੰ ਕਿੱਡਾ ਵੱਡਾ ਫਾਇਦਾ ਦੇਤਾ ਅਸੀਂ। ਸੋ ਮੈਨੂੰ ਇਹਦੇ ਵਿੱਚ ਇਹ ਲੱਗਦਾ ਹੈ। ਦੂਜਾ ਜਿਹੜਾ ਉਹ ਇਦੋਂ ਉੱਪਰਲੀ 7 ਲੱਖ ਤੋਂ ਜਾਂ 10 ਲੱਖ ਤੋਂ ਉੱਪਰਲੀ ਸਲੈਬ 'ਚ ਕੋਈ ਥੋੜਾ ਬਹੁਤਾ ਫਾਇਦਾ ਹੁੰਦਾ ਹੈ, ਉਹਦੇ ਵਿੱਚ ਬਹੁਤ ਗਿਣਤੀ ਦੇ ਲੋਕ ਨੇ। ਜੇ ਆਪਾਂ ਕਹੀਏ ਵੀ ਜਿਹੜੀ ਉੱਪਰਲੀ 5% ਪਾਪੂਲੇਸ਼ਨ ਹੈ ਨਾ, ਮੈਨੂੰ ਇਹ ਲੱਗਦਾ ਵੀ ਮੈਜੋਰਿਟੀ ਲੋਕ ਉਹ 5 ਜਾਂ ਉੱਪਰਲੀ 7% ਵਾਲੇ ਆ ਜਾਂਦੇ ਨੇ। ਉਹਨਾਂ ਨੂੰ ਫਾਇਦਾ ਦੇਣਾ ਜਾਂ ਨਾ ਦੇਣਾ, ਜੀ ਇਹ ਉਹਨਾਂ ਦੀ ਪਲੈਨਿੰਗ ਤੇ ਕੁਐਸਚਨ ਮਾਰਕ ਲਾਉਂਦਾ ਹੈ। ਫਾਇਦਾ ਜਿਹੜਾ ਦੇਣਾ ਸੀ ਉਹ ਦੇਣਾ ਸੀ ਜਿਸ ਕਿਸਮ ਨਾਲ ਮਹਿੰਗਾਈ ਵਧੀ ਹੈ। ਜਿਹੜੀ ਤੁਸੀਂ ਇੱਕ ਗੱਲ ਕਹੀ ਸੀ, ਟਵਾਣਾ ਸਾਹਿਬ ਨੇ ਵੀ ਇਹ ਗੱਲ ਕਹੀ ਸੀ ਕਿ ਜਿਹੜੀ ਮਹਿੰਗਾਈ ਵਧੀ ਹੈ, ਜਾਂ ਤੁਸੀਂ ਕਿਹਾ ਚਾਹ ਪੱਤੀ ਤੇ ਦੁੱਧ ਤੇ, ਉਹ ਤੇ ਕਿਤੇ ਰਿਬੇਟ ਨਹੀਂ, ਉਹ ਤੇ ਰਿਬੇਟ ਸਰਕਾਰ ਤਾਂ ਦੇ ਸਕਦੀ ਹੈ। ਦੇਖੋ ਉਹ ਜਿਹੜੀਆਂ ਚੀਜ਼ਾਂ ਨੇ ਉਹ ਸਾਰੀਆਂ ਕਿਸਾਨ ਦੁਆਰਾ ਪ੍ਰੋਡਿਊਸਡ ਨੇ, ਚਾਹੇ ਉਹ ਅਨਾਜ ਹੋਵੇ ਚਾਹੇ ਉਹ ਦੁੱਧ ਹੋਵੇ, ਬਹੁਤ ਸਾਰੀਆਂ ਚੀਜ਼ਾਂ ਮਤਲਬ ਮੇਨ ਜਿਹੜੀਆਂ ਖਾਦ ਪਦਾਰਥ ਨੇ। ਹੁਣ ਉਹ ਖਾਦ ਪਦਾਰਥਾਂ ਤੇ ਜੇ ਤਾਂ ਸਰਕਾਰ ਉਹਨਾਂ ਨੂੰ ਸਸਤੇ ਕਰਦੀ ਹੈ ਤਾਂ ਕਿਸਾਨ ਰਗੜਿਆ ਜਾਂਦਾ, ਪੱਲਿਓਂ ਤਾਂ ਕੁਝ ਦੇਣਾ ਨਹੀਂ ਨਾ ਸਰਕਾਰ ਨੇ, ਜਾਂ ਤਾਂ ਉਹਨਾਂ ਦੀਆਂ ਕੀਮਤਾਂ ਘੱਟ ਕਰ ਦੋ। ਇਹੀ ਇੱਕ ਕਾਰਨ ਹੈ ਮੈਂ ਜੋ ਸਮਝਦਾ ਕਿ MSP ਵੱਲ ਸਰਕਾਰ ਵੱਧ ਨਹੀਂ ਰਹੀ। ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹ ਦੋ ਵਰਗਾਂ ਨੂੰ ਆਪਸ ਵਿੱਚ ਲੜਾ ਕੇ ਰੱਖੋ, ਕਿਸਾਨ ਨੂੰ ਅਮੀਰ ਡਿਕਲੇਅਰ ਕਰ ਦੋ ਤੇ ਜਿਹੜਾ ਮਜ਼ਦੂਰ ਵਰਗ ਹੈ ਇਹਨੂੰ ਗਰੀਬ ਡਿਕਲੇਅਰ ਕਰ ਦੋ ਕਿ ਤੈਨੂੰ ਇਹ ਲੁੱਟ ਰਿਹਾ ਭਾਈ, ਜੇ ਇਹ ਅਨਾਜ ਸਸਤੇ ਦੇਊਗਾ ਤਾਂ ਤੈਨੂੰ ਸਸਤਾ ਅਨਾਜ ਮਿਲੂਗਾ। ਮੈਨੂੰ ਇਹ ਲੱਗਦਾ ਵੀ ਇੱਥੇ ਸਰਕਾਰ ਆਪਣੇ ਜਿਹੜੇ ਟਵਾਣਾ ਸਾਹਿਬ ਨੇ ਸ਼ਬਦ ਯੂਜ਼ ਕਰੇ ਨੇ, ਲਫ਼ਜ਼ਾਂ ਦਾ ਜਾਲ ਹੈ, ਅੰਕੜਿਆਂ ਦਾ ਜਾਲ ਹੈ, ਉਹ ਚ ਉਲਝਾ ਕੇ ਆਮ ਨਾਗਰਿਕ ਨੂੰ ਇਹ ਨਹੀਂ ਦੱਸ ਰਹੀ ਕਿ ਅਸਲ 'ਚ ਗੱਲ ਕੀ ਹੈ। ਜੀ ਧੰਨਵਾਦ ਸਾਹਿਬ। ਮੈਂ ਆਪਾਂ ਜਾਣਨਾ ਚਾਹਾਂਗੇ ਸਾਡੇ ਦਰਸ਼ਕ 3-4 ਸ਼ਬਦ ਜਦੋਂ ਬਜਟ ਪੇਸ਼ ਹੁੰਦਾ ਹੈ ਨਾ, 3-4 ਸ਼ਬਦ ਬੜੇ ਚੱਲਦੇ ਆ। ਇੱਕ ਤਾਂ ਚੱਲਦਾ ਫਿਸਕਲ ਡੈਫਿਸਿਟ, ਜਿਹਨੂੰ ਵਿੱਤੀ ਘਾਟਾ ਕਹਿੰਦੇ ਆ। ਇੱਕ ਤੇ ਉਹ ਬਹੁਤੇ ਲੋਕਾਂ ਨੂੰ ਸਮਝ ਨਹੀਂ ਆਉਂਦਾ। ਇੱਕ ਹੁੰਦੀ ਗਰੋਥ, ਵੀ ਵਿਕਾਸ, ਇਹ ਇੰਨੇ ਪਰਸੈਂਟੇਜ ਹੋ ਗਿਆ ਜੀ, ਪਿਛਲੀ ਵਾਰੀ ਇੰਨਾ ਹੋਇਆ ਸੀ। ਔਰ ਇੱਕ ਦੇ ਨਾਲ ਸ਼ਬਦ ਆਉਂਦਾ ਕੈਪੀਟਲ ਐਕਸਪੈਂਡੀਚਰ। ਇਹ ਥੋੜਾ ਜਿਹਾ ਮੈਂ ਸਮਝਾਂਗਾ ਕਿ ਬਿਲਕੁਲ ਥੋੜੇ ਸ਼ਬਦਾਂ 'ਚ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਦੱਸ ਦਿਓ। ਸਾਡੇ ਕੋਲ ਜਿਹੜਾ ਨਾ ਜੀ ਬਜਟ ਦੇ ਵਿੱਚ ਮੇਨਲੀ
ਆਮ ਭਾਸ਼ਾ 'ਚ ਨਾ ਜੇ ਦੂਜੇ ਸਾਡੇ ਇਕਨੋਮਿਕਸ ਦੇ ਸਟੂਡੈਂਟ ਹੋਣ ਜਾਂ ਪਰ ਉਹਨੂੰ ਸਮਝਾਉਣਾ ਜੇ ਉਹ ਬੜੀ ਲੰਮਾ ਚੌੜਾ ਡੂੰਘਾ ਜਾ ਬਜਟ ਜਿਹੜਾ ਟੋਟਲ ਖਰਚਾ ਤੇ ਟੋਟਲ ਆਮਦਨ ਸਰਕਾਰ ਦੀ 1 ਸਾਲ ਦੀ ਇਹ ਉਹਦਾ ਐਸਟੀਮੇਟ ਹੈ, ਹਲੇ ਹੋਣਾ ਨਿਕਲਦਾ ਕੀ ਹੈ ਉਹ ਬਾਅਦ ਦੀ ਗੱਲ। ਉਹਦੇ 'ਚ ਇੱਕ ਰੈਵਨਿਊ ਹੁੰਦਾ ਇੱਕ ਕੈਪੀਟਲ ਹੁੰਦਾ। ਰੈਵਨਿਊ ਐਕਸਪੈਂਡੀਚਰ ਹੈਗਾ ਕਿ ਜਿੰਨੇ ਪੈਸੇ ਤੁਸੀਂ ਆਉਣੇ ਆ ਟੈਕਸਾਂ ਰਾਹੀਂ ਹੋਰ ਰਾਹੀਂ ਸੈਸ ਲੱਗ ਗਿਆ ਕਸਟਮ ਡਿਊਟੀ ਐਕਸਾਈਜ਼ ਡਿਊਟੀ ਜਿੰਨਾ ਆਉਣਾ ਆਮਦਨ ਹੋ ਗਈ ਟੋਟਲ ਉਹ ਆਮਦਨ ਹੋ ਗਈ ਤੁਹਾਡੀ ਜਿਹੜੀ ਹੈ ਤੇ ਉਹਦੇ ਚੋਂ ਫਿਰ ਰੈਵਨਿਊ ਐਕਸਪੈਂਡੀਚਰ ਹੁੰਦਾ ਰੈਵਨਿਊ ਰਿਸੀਟਸ ਤੇ ਰੈਵਨਿਊ ਐਕਸਪੈਂਡੀਚਰ। ਉਹ ਆਮ ਤੌਰ ਤੇ ਕੀ ਹੁੰਦਾ ਕਿ ਸਰਕਾਰ ਦਾ ਰੈਵਨਿਊ ਘੱਟ ਹੁੰਦਾ ਐਕਸਪੈਂਡੀਚਰ ਜ਼ਿਆਦਾ ਹੁੰਦਾ ਫਿਰ ਉਹਦੇ ਚ ਗੈਪ ਹੁੰਦਾ ਫਿਰ ਉਹ ਗੈਪ ਨੂੰ ਪੂਰਾ ਕਰਨ ਲਈ ਫਿਰ ਉਹ ਬੋਰਿੰਗ ਕਰਦੇ ਆ ਲੋਨ ਵਗੈਰਾ ਜਿਹੜੇ ਲੋਨ ਲੈ ਲੇ ਉਹਨੂੰ ਅਸੀਂ ਕੈਪੀਟਲ ਕਹਿੰਦੇ ਆ ਉਹ ਕੈਪੀਟਲ ਅਕਾਊਂਟ ਹੁੰਦਾ। ਉਹ ਕੈਪੀਟਲ ਅਕਾਊਂਟ ਦੇ ਅੰਦਰ ਇੱਕ ਕੈਪੀਟਲ ਐਕਸਪੈਂਡੀਚਰ ਹੈਗਾ ਕਿ ਤੁਸੀਂ ਉਹਨੂੰ ਇਨਵੈਸਟਮੈਂਟ ਲੌਂਗ ਟਰਮ ਤੇ ਕਰਦੇ ਹੋ ਇਨਫਰਾਸਟ੍ਰਕਚਰ ਹੋਰ ਤੇ ਕਰਦੇ ਹੋ। ਦੂਜਾ ਉਹਦੇ ਚ ਦੇਣਦਾਰੀਆਂ ਵੀ ਹੁੰਦੀਆਂ ਕਿ ਵਿਆਜ ਦੇਣਾ ਫਿਰ ਪ੍ਰਿੰਸੀਪਲ ਜਿਹੜੀ ਆਪਣੀ ਉਹ ਵੀ ਦੇਣੀ ਹੈ ਉਹ ਐਕਸਪੈਂਡੀਚਰ ਚ ਆਉਂਦਾ ਕਿ ਤੁਸੀਂ ਨਾ ਉਹ ਇਹ ਟੋਟਲ ਜਿਹੜਾ ਮਿਲਾ ਕੇ ਘਾਟਾ ਵਾਧਾ ਜਿਹੜਾ ਹੁੰਦਾ ਟੋਟਲ ਇੱਕ ਹੁੰਦਾ ਰੈਵਨਿਊ ਡੈਫਿਸਿਟ ਹੋਏਗਾ ਕਿ ਤੁਹਾਡਾ ਰੈਵਨਿਊ ਕਿੰਨਾ ਹੈ ਕਿੰਨਾ ਐਕਸਪੈਂਡੀਚਰ ਹੈ ਉਹਦਾ ਜਿਹੜਾ ਉਹਨੂੰ ਰੈਵਨਿਊ ਡੈਫਿਸਿਟ ਕਹਿੰਦੇ ਆ। ਜਦੋਂ ਸਾਰੇ ਬਜਟ ਦਾ ਆਉਂਦਾ ਨਾ ਟੋਟਲ ਕੈਪੀਟਲ ਅਕਾਊਂਟ ਤੇ ਰੈਵਨਿਊ ਅਕਾਊਂਟ ਦਾ ਤੇ ਜਦੋਂ ਸਾਰੇ ਦਾ ਬਜਟ ਦਾ ਆਪਾਂ ਕੱਢਦੇ ਆ ਜਿਹੜਾ ਉਹਨੂੰ ਫਿਰ ਅਸੀਂ ਫਿਸਕਲ ਡੈਫਿਸਿਟ ਕਹਿੰਦੇ ਆ। ਤੇ ਫਿਸਕਲ ਡੈਫਿਸਿਟ ਆਮ ਤੌਰ ਤੇ ਜੀਡੀਪੀ ਦਾ ਦੇਖਿਆ ਜਾਂਦਾ ਜਿਵੇਂ ਹੁਣ ਦਾ ਜਿਹੜਾ ਫਿਸਕਲ ਡੈਫਿਸਿਟ ਇਸ ਬਜਟ ਦੇ ਵਿੱਚ ਹੈਗਾ 2022-23 ਦਾ ਉਹ 6.4% ਫਿਸਕਲ ਡੈਫਿਸਿਟ ਹੈ। ਮਸਕਲ ਉਹ ਹੋਗਾ ਕਿ ਜਿਹੜੀ ਸਰਕਾਰ ਹੈ ਉਹ ਖਰਚਾ ਜ਼ਿਆਦਾ ਸੀਗਾ ਇਨਕਮ ਘੱਟ ਹੈ ਫਿਰ ਉਹ ਬੋਰਿੰਗ ਇਧਰੋਂ ਉਧਰੋਂ ਪੈਸੇ ਲੈ ਕੇ ਮਾਰਕੀਟ ਤੋਂ ਲੈ ਕੇ ਹੋਰ ਸਾਧਨਾਂ ਤੋਂ ਪੈਦਾ ਕਰੇਗੀ ਸਿਕਿਉਰਿਟੀ ਤੋਂ ਲੈ ਕੇ ਸਿਕਿਉਰਿਟੀਜ਼ ਵੀ ਵੇਚ ਦਿੰਦੇ ਆ ਆਪਣੇ ਮਤਲਬ ਕੋਈ ਬੌਂਡ ਵੇਚਦੇ ਕੁਝ ਹੋਰ ਵੇਚਦਾ ਉਹ ਤੋਂ ਪੂਰਾ ਕਰਦੇ ਆ ਇਹ ਹੈ। ਸੋ ਇਹਦਾ ਮਤਲਬ ਹੁੰਦਾ ਕਿ ਜਿਹੜੀ ਜਿੰਨਾ ਕੁ ਫਿਸਕਲ ਡੈਫਿਸਿਟ ਘੱਟ ਹੁੰਦਾ ਪਹਿਲਾਂ ਜਿਹੜੀ ਡੈਫਿਸਿਟ ਫਾਈਨਾਂਸਿੰਗ ਹੁੰਦੀ ਨਵੇਂ ਨੋਟ ਛਾਪ ਲਓ ਬੰਦ ਹੋ ਗਿਆ 2003-04 ਤੋਂ ਬਾਅਦ ਇੰਟਰਨੈਸ਼ਨਲ ਲੈਵਲ ਤੇ ਹੁਣ ਉਹ ਫਿਸਕਲ ਡੈਫਿਸਿਟ ਫਿਰ ਬੋਰੋਇੰਗ ਆਉਂਦਾ। ਇਹਦੇ ਚ ਮੈਂ ਜਿਹੜੀ ਅਗਲੀ ਗੱਲ ਤੁਹਾਨੂੰ ਕਰਨੀ ਚਾਹੁੰਦਾ ਕਿ ਫੈਡਰਲਿਜ਼ਮ ਦੇ ਅੰਦਰ ਜਿਹੜੀ ਆਪਾਂ ਮਹਿੰਗਾਈ ਦੀ ਗੱਲ ਤੁਸੀਂ ਕਰਦੇ ਸੀ ਉਹ 'ਚ 2-3 ਮੁੱਦੇ ਬੜੇ ਅਹਿਮ ਨੇ। ਇੱਕ ਤਾਂ ਆਮ ਲੋਕ ਤੇ ਕਿਸਾਨ ਜਥੇਬੰਦੀਆਂ ਵੀ ਪਹਿਲਾਂ ਇਹ ਮੰਗ ਕਰਦੇ ਆ ਕਿ ਜਿਹੜਾ ਡੀਜ਼ਲ ਪੈਟਰੋਲ ਹੈ ਨਾ ਇਹਦੇ GST ਲਾਗੂ ਕਰੋ ਉਹ ਨਹੀਂ ਕੀਤੀ ਉਹਦੇ ਬਾਰੇ ਕੋਈ ਗੱਲ ਨਹੀਂ ਉਹ ਬਹੁਤ ਮਹਿੰਗਾ ਉਹਦੇ ਤੇ ਸਰਚਾਰਜ ਨੇ ਉਹਦੇ ਸੈਸ ਹੈ ਉਹਦੇ ਤੇ ਸੇਲਸ ਟੈਕਸ ਵੈਟ ਸਾਰਾ ਕੁਝ ਹੈਗਾ ਉਹ ਕੇਂਦਰ ਦਾ ਬਹੁਤ ਵੱਡੀ ਇਨਕਮ ਦਾ ਨਾ ਸੋਰਸ ਹੈ। ਤੇ ਉਹਦੇ 'ਚ ਬੜੀ ਕਮਾਲ ਦੀ ਗੱਲ ਹੈ ਬਹੁਤ ਦੇਰ ਪਹਿਲਾਂ ਤੋਂ ਸੈਂਟਰ ਜਿਹੜਾ ਉਹ ਸੈਸ ਜਾਂ ਸਰਚਾਰਜ ਲਾਉਂਦਾ ਤੇਲ ਤੇ ਜਦੋਂ ਸੈਸ ਤੇ ਸਰਚਾਰਜ ਹੈ ਉਹ ਸਟੇਟ ਨਾਲ ਸ਼ੇਅਰ ਨਹੀਂ ਹੁੰਦਾ ਸ਼ੇਅਰ ਹੁੰਦਾ ਟੈਕਸ ਜਿਹੜਾ GST ਸ਼ੇਅਰ ਹਾਂ GST ਸ਼ੇਅਰੇਬਲ ਹੋਊ ਜੇ ਉਹਦੇ ਤੇ ਕੋਈ ਸੇਲ ਟੈਕਸ ਹੋਣਾ ਐਕਸਾਈਜ਼ ਡਿਊਟੀ ਲਾਈ ਉਹ ਸ਼ੇਅਰੇਬਲ ਹੋਊ ਸਰਚਾਰਜ ਤੇ ਸੈਸ ਨਹੀਂ। ਇਹਦੇ ਤੋਂ ਲੱਖਾਂ ਕਰੋੜਾਂ ਰੁਪਏ ਸੈਂਟਰ ਨੇ ਕਮਾਏ। ਸਾਡੇ ਵਾਲੇ ਵਿੱਤ ਮੰਤਰੀ ਆਪਣੇ ਜਿਹੜੇ ਹੈਗੇ ਆ ਹੁਣ ਵਾਲੇ ਹਰਪਾਲ ਚੀਮਾ ਜੀ ਉਹ ਕਹਿੰਦੇ ਸਾਨੂੰ ਕੋਈ ਖਾਸ ਉਹ ਦਿਓ ਪੈਕੇਜ ਪੰਜਾਬ ਨੂੰ। ਇਹਦੇ 'ਚ ਹੋਇਆ ਕਿ ਜਿਹੜਾ ਫਿਸਕਲ ਡੈਫਿਸਿਟ ਹੈ ਇੰਟਰਨੈਸ਼ਨਲ ਪ੍ਰੈਸ਼ਰ ਦੇ ਥੱਲੇ ਅੰਤਰਰਾਸ਼ਟਰੀ ਜਿੰਨੀਆਂ ਸੰਸਥਾਵਾਂ ਉਹਦੇ ਪ੍ਰੈਸ਼ਰ ਦੇ ਥੱਲੇ IMF ਵਰਲਡ ਬੈਂਕ ਦੇ ਇਹ ਹੋਇਆ ਕਿ 3% ਤੋਂ ਵੱਧ ਫਿਸਕਲ ਡੈਫਿਸਿਟ ਨਹੀਂ ਹੋਣਾ ਚਾਹੀਦਾ। ਸਾਡੇ ਵਾਲੀ ਇਹ ਬਜਟ ਦੇ ਵਿੱਚ ਜਿਹੜੀ ਵਿੱਤ ਮੰਤਰੀ ਆ ਉਹ ਇਹ ਕਹਿ ਰਹੀ ਹੈ ਕਿ 3% ਦੇ ਵਿੱਚ 0.5% ਜਿਹੜਾ ਉਹ ਰਿਲੈਕਸੇਸ਼ਨ ਹੈ ਕਿ ਤੁਹਾਡਾ ਫਿਸਕਲ ਡੈਫਿਸਿਟ 3.5% ਤੱਕ ਹੋ ਸਕਦਾ ਸਟੇਟ ਗਵਰਨਮੈਂਟਾਂ ਦਾ। ਜੇ ਉਹਦੇ ਤੋਂ ਵੱਧ ਹੋਵੇ ਬਹੁਤ ਸਾਰੀਆਂ ਰਿਆਇਤਾਂ ਬਹੁਤ ਸਾਰੀਆਂ ਗ੍ਰਾਂਟਾਂ ਸੈਂਟਰ ਸਟੇਟਾਂ ਨੂੰ ਦਿੰਦਾ ਨਹੀਂ ਉਹ ਕਹਿੰਦਾ ਤੁਹਾਡਾ ਫਿਸਕਲ ਡੈਫਿਸਿਟ ਜਿਹੜਾ ਨਾ ਮਾੜਾ ਇਹਦੀ ਵਿੱਤੀ ਹਾਲਾਤ ਮਾੜੇ ਆ। ਇਹਦੇ 'ਚ ਹੁਣ ਅਗਲੀ ਗੱਲ ਜਿਹੜੀ ਹੈ ਮੈਂ ਇੰਪੋਰਟੈਂਟ ਕਰਨ ਲੱਗਾ ਪੰਜਾਬ ਲਈ ਉਹ ਕਹਿੰਦਾ ਜਿਹੜਾ 0.5% ਫਿਸਕਲ ਡੈਫਿਸਿਟ ਹੈ ਇਟ ਇਜ਼ ਟਾਈਡ ਵਿਦ ਦਾ ਪਾਵਰ ਰਿਫਾਰਮਸ ਕਿ ਇਹ ਰਿਲੈਕਸੇਸ਼ਨ ਉੱਥੇ ਹੈ ਜਿੱਥੇ ਤੁਸੀਂ ਪਾਵਰ ਸੈਕਟਰ ਦੇ ਰਿਫਾਰਮਸ ਕਰੋਗੇ ਤੇ ਪੰਜਾਬ 'ਚ ਤਾਂ ਅਸੀਂ ਉਲਟਾ ਚੱਲੇ ਹੋਏ ਹੈ ਨਾ 300 ਯੂਨਿਟ ਬਿਜਲੀ ਦੇ ਫ੍ਰੀ ਕਰੇ ਹੋਏ ਆ ਐਗਰੀਕਲਚਰ ਨੂੰ ਫ੍ਰੀ ਹੈ ਸਾਰਾ ਕੁਝ ਹੈ। ਇਹਦਾ ਮਤਲਬ ਉਹ ਸਾਨੂੰ ਉਹ ਵੀ ਨਹੀਂ ਮਿਲਣਾ ਡਿਸਟ੍ਰੀਬਿਊਸ਼ਨ 'ਚ ਹਾਲੇ ਅਸੀਂ ਪ੍ਰਾਈਵੇਟ ਉਸ ਲੈਵਲ ਤੇ ਗਏ ਨਹੀਂ ਉਹ ਅਗਲੇ ਪ੍ਰੈਸ਼ਰਾਈਜ਼ ਕਰ ਰਹੇ ਹੈ ਕਿ ਜਿਹੜਾ 2022 ਦਾ ਬਿਜਲੀ ਬਿੱਲ ਜਿਹਦੇ ਤੇ ਕਿਸਾਨ ਜਥੇਬੰਦੀਆਂ ਜਿਹਦੇ ਖਿਲਾਫ ਲੜਦੀਆਂ ਸੀਗੀਆਂ ਉਹ ਬਿਜਲੀ ਬਿੱਲ ਦੇ ਤਹਿਤ
ਕਿ ਇਹਨੂੰ ਤੁਸੀਂ ਪ੍ਰਾਈਵੇਟ ਕਰੋ ਤੇ ਜਿੰਨੀਆਂ ਰਿਆਇਤਾਂ ਨੇ ਬੰਦ ਕਰੋ, ਨੰਬਰ 1। ਨੰਬਰ 2, ਜਿਹੜੀ ਤੁਸੀਂ ਇਨਫਲੇਸ਼ਨ ਹੈ ਉਹ ਅਸੈਂਸ਼ੀਅਲ ਕਮੋਡਿਟੀਜ਼ ਦੇ ਵਿੱਚ ਜ਼ਿਆਦਾ ਰਹੀ, ਤੇਲਾਂ ਦੀ, ਆਪਣੇ ਖਾਣ ਵਾਲੀਆਂ ਵਸਤਾਂ, ਦਾਲਾਂ ਦੀ, ਅਨਾਜ ਦੀ, ਉਹਦੇ 'ਚ ਜ਼ਿਆਦਾ ਸੀ। ਇਸ ਬਜਟ ਦੇ ਵਿੱਚ ਫੂਡ ਸਬਸਿਡੀ ਜਿਹੜੀ ਆ ਉਹ ਘਟਾ ਦਿੱਤੀ ਗਈ ਹੈ ਇਸ ਬਜਟ 'ਚ। ਜੇ ਤੁਸੀਂ ਐਕਚੁਅਲ ਫਿਗਰ ਦੇਖੋਗੇ ਤਾਂ ਇਹਦਾ ਮਤਲਬ ਹੈ ਕਿ ਜਿਹੜਾ ਅਨਾਜ ਸਸਤਾ ਤੁਸੀਂ ਗਰੀਬਾਂ ਨੂੰ ਦਿੰਦੇ ਸੀ, ਜਾਂ ਤਾਂ ਉਹਦੀ ਕੀਮਤ ਵਧਾਓਗੇ ਜਾਂ ਫਿਰ ਉਹਨਾਂ ਦੀ ਗਿਣਤੀ ਘਟਾਓਗੇ, ਦੋਹਾਂ 'ਚੋਂ ਇੱਕ ਗੱਲ ਹੋਊਗੀ। ਸੋ ਇਸ ਲਈ ਜਿਹੜੇ ਉਹਨਾਂ ਲਈ ਰਿਆਇਤਾਂ ਸੀਗੀਆਂ, ਤੇ ਇਹਦੇ ਵਿੱਚ ਜਿਹੜੀ ਸਬਸਿਡੀਜ਼ ਦਾ ਪਾਰਟ ਆ ਉਹ ਸਾਰਾ 7% ਹੈ ਇਸ ਬਜਟ ਦੇ ਵਿੱਚ, ਜਿਹੜਾ ਪੈਸਾ ਖਰਚ ਹੋਣਾ ਉਹ ਉਹਦੇ 'ਚ ਫਰਟੀਲਾਈਜ਼ਰ ਦੀਆਂ ਵੀ ਆਉਂਦੀਆਂ, ਉਹਦੇ 'ਚ ਖਾਦ ਦੀਆਂ ਵੀ ਆਉਂਦੀਆਂ, ਬਾਕੀ ਸਬਸਿਡੀ ਵੀ ਆਉਂਦੀ। ਸੋ ਇਸ ਲਈ ਜਿਹੜੀ ਅੱਗੇ ਇਨਫਲੇਸ਼ਨ ਹੋਣੀ ਆ ਉਹ ਆਮ ਜਿਹੜੇ ਗਰੀਬ ਲੋਕ ਆ ਉਹਨਾਂ ਨੂੰ ਉਹਦੀ ਮਾਰ ਚੱਲਣੀ ਹੀ ਪੈਣੀ। ਇਹ ਟਵਾਣਾ ਸਾਹਿਬ ਇੱਕ ਜ਼ਿਕਰ ਹੋ ਰਿਹਾ ਕਿ ਸਾਡਾ ਜਿਹੜਾ ਪਰ ਕੈਪੀਟਾ ਇਨਕਮ ਹੈ ਉਹ 1,97,000 ਹੋ ਗਈ ਹੋਈ ਹੈ। ਹਾਂ, ਇਹ ਬੜੀ ਕਮਾਲ ਦੀ ਫਿਗਰ ਹੈ। ਬੜੀ ਅਜੀਬ ਗੱਲ ਹੈ ਕਿ ਜਿਹੜੀ ਦੇਸ਼ 83 ਕਰੋੜ ਤੋਂ ਵੱਧ ਲੋਕਾਂ ਨੂੰ ਫੂਡ ਦੇ ਰਿਹਾ ਫ੍ਰੀ ਦੇ ਵਿੱਚ, ਅਗਲੇ ਸਾਲਾਂ ਲਈ ਉਹਨਾਂ ਅਗਲੇ ਸਾਲ ਲਈ ਫੇਰ ਫ੍ਰੀ ਕਰ ਦਿੱਤਾ, ਉਹਦੀ ਆਮਦਨ ਕਿਵੇਂ ਇੰਨੀ 1 ਸਾਲ ਦੀ ਹੋ ਸਕਦੀ ਹੈ? ਇਹ ਦੇਖੋ, ਇਹ ਹੈਗੀ ਅੰਕੜਿਆਂ ਦੀ ਖੇਡ। ਇਹ ਹੈਗਾ ਐਵਰੇਜ। ਮੇਰੀ ਇਨਕਮ ਹੋਵੇ 10 ਰੁਪਏ, ਤੁਹਾਡੀ ਹੋਵੇ 100 ਰੁਪਏ, ਐਵਰੇਜ ਨਿਕਲੂਗੀ 55 ਰੁਪਏ। ਮੈਂ ਮਾਰਿਆ ਜਾਊਂਗਾ, ਤੁਸੀਂ ਆਪਣੇ ਬੈਨੀਫਿਟ 'ਚ। ਇਨਇਕੁਐਲਿਟੀ ਇੰਡੀਆ 'ਚ ਬਹੁਤ ਜ਼ਿਆਦਾ ਵਧੀ ਹੈ ਇਨਇਕੁਐਲਿਟੀ, ਔਰ ਉਹਨੂੰ ਐਡਰੈਸ ਕਰਨ ਦਾ ਇਹਦੇ 'ਚ ਕੋਈ ਉਹ ਨਹੀਂ। ਇਹਦੇ 'ਚ ਐਸਾ ਨਹੀਂ ਹੈ ਕਿ ਕਾਰਪੋਰੇਟ ਜਾਂ ਬਹੁਤ ਰਿਚ ਬੰਦਿਆਂ ਨੂੰ ਜ਼ਿਆਦਾ ਟੈਕਸ ਲਾ ਦਿੱਤਾ ਗਿਆ ਹੋਵੇ, ਇਹਦੀ ਕੋਈ ਪ੍ਰੋਵੀਜ਼ਨ ਨਹੀਂ ਹੈ। ਔਰ ਉਹਦੇ 'ਚ ਇਹ ਹੈ ਕਿ ਇਨਇਕੁਐਲਿਟੀ 1% ਦੇ ਕੋਲ 60% ਦੇ ਕਰੀਬ ਵੈਲਥ ਹੈ, ਤੇ ਜਿੰਨੀ ਪ੍ਰੋਡਿਊਸ ਹੁੰਦੀ ਹੈ ਉਹਦਾ 77-78% ਜਾਂਦਾ 10% ਕੋਲ ਹੈ। ਤੇ ਉਹ ਜਿਹੜੇ ਬਾਕੀ ਦੇ ਬੰਦੇ ਹੈ 80% ਹੈ ਨਾ, ਜਿਹੜੇ ਗਰੀਬੀ ਰੇਖਾ ਦੇ, ਜੇ ਤੁਸੀਂ ਕਹਿ ਰਹੇ ਹੋ ਵੀ 78 ਕਰੋੜ ਨੂੰ 130 ਕਰੋੜ ਆਬਾਦੀ ਹੈ, ਤੇ ਤੁਸੀਂ ਆਪ ਕਹਿੰਦੇ ਹੋ 78 ਕਰੋੜ ਨੂੰ ਤਾਂ ਅਸੀਂ 5 ਕਿਲੋ ਅਨਾਜ ਦਿੰਨੇ ਆ ਜੀ ਸਰਵਾਈਵ ਕਰਨ ਲਈ ਹਰੇਕ ਮਹੀਨੇ ਦਾ। ਤੁਸੀਂ ਆਪ ਹੀ ਮੰਨਦੇ ਹੋ ਉਹਦੇ 'ਚ ਬਹੁਤ ਕੁਝ ਹੋਰ ਨਹੀਂ ਹੈ। ਸੋ ਇਸ ਲਈ ਜਿਹੜੀ ਮਾਰ ਪੈ ਰਹੀ ਹੈ ਨਾ ਗਰੀਬ ਲੋਕ ਤੇ, ਇਹ ਬਜਟ ਜਿਹੜਾ ਉਹਨਾਂ ਲਈ ਨਹੀਂ ਹੈ, ਉਹਦੇ ਲਈ ਬਹੁਤ ਕੁਝ ਨਹੀਂ ਹੈ। ਪਲੱਸ ਉਹਦੇ ਵਿੱਚ ਟਵਾਣਾ ਸਾਹਿਬ ਦੀ ਗੱਲ ਦੇ ਵਿੱਚ ਮੈਂ ਐਡ ਕਰਾਂਗਾ ਸੇਮ ਉਸੇ ਡਾਇਰੈਕਸ਼ਨ 'ਚ ਕਿ 1,97,000 ਜੇਕਰ ਇਹ ਆਮਦਨ ਹੋ ਗਈ ਹੈ ਤਾਂ ਕਲੀਅਰ ਕੱਟ ਸਰਕਾਰ ਨੇ ਮੰਨ ਲਿਆ ਕਿ ਇਨਇਕੁਐਲਿਟੀ ਹੈ ਜਿਹੜੀ ਬਹੁਤ ਜ਼ਿਆਦਾ ਵੱਧ ਗਈ ਹੈ। ਇਹਦਾ ਇਹ ਅਰਥ ਹੈ ਕਿ ਆਮਦਨ ਤਾਂ ਟੋਟਲ ਆਮਦਨ ਤਾਂ ਵੱਧ ਗਈ, ਪਰ ਉਹ ਆਮ ਜਿਹੜੇ ਅਸੀਂ ਕਹਿੰਦੇ 80% ਲੋਕਾਂ ਤੱਕ ਕੋਈ ਉਹ ਆਮਦਨ ਦਾ ਕੋਈ ਪੈਸਾ ਪਹੁੰਚਿਆ ਕਿ ਨਹੀਂ? ਬਿਲਕੁਲ ਨਹੀਂ ਪਹੁੰਚਿਆ। ਜਿਹੜੇ ਉੱਪਰਲੇ 2% ਪਹੁੰਚੇ। ਇਹਦੇ 'ਚ ਅਗਲਾ ਜਿਹੜਾ ਹੁਣ ਪਿਛਲੇ 4-5 ਦਿਨਾਂ ਦਾ ਰੌਲਾ ਪੈਂਦਾ ਹਿੰਡਨਬਰਗ ਦਾ, ਜਿਹੜੇ ਸ਼ੇਅਰ ਮਾਰਕੀਟ ਦੇ ਪੈਸੇ ਗਏ, ਤੁਹਾਡਾ 45 ਲੱਖ ਕਰੋੜ ਦਾ ਬਜਟ ਹੈ, ਉਹਦੇ 4 ਦਿਨਾਂ 'ਚ 10,34,000 ਕਰੋੜ ਉੜਿਆ। ਅਡਾਨੀ ਦਾ? ਹਾਂ, ਉਸ ਕੰਪਨੀ 7 ਕੰਪਨੀਆਂ ਉਹਦੀਆਂ ਜੀ, ਉਦੋਂ ਤੱਕ 16,000 ਕਰੋੜ ਤੇ LIC ਦਾ ਉੱਡ ਗਿਆ ਕੱਲੇ ਦਾ। 25% ਜਿਹੜਾ ਉਹਦੇ 'ਚ ਜਿਹੜੇ ਅਦਾਰੇ ਮਰੇ, ਇੱਥੇ ਮੈਂ ਤਾਂ ਗੱਲ ਕਰਦੀ, ਉਹਨਾਂ ਨੇ ਕਿਹਾ ਜੀ ਸੇਬੀ 'ਚ ਸੁਧਾਰ ਕਰਾਂ, ਕੰਪਨੀ ਐਕਟ ਚੇਂਜ ਕਰਾਂਗੇ, ਉਹਦੇ 'ਚ ਅਸੀਂ ਟ੍ਰੇਨਿੰਗ ਦੇਵਾਂਗੇ। ਉਹਨਾਂ ਨੇ ਅਡਾਨੀ ਦੀ ਕੋਈ ਜ਼ਿਕਰ ਨਹੀਂ ਕਰਿਆ। ਅਡਾਨੀ ਦੀਆਂ ਇੰਨੀਆਂ ਕੰਪਨੀਆਂ ਤੇ ਉਹਨਾਂ ਨੇ ਪੂਰਾ ਕਿਹਾ, ਅਗਲੇ ਚੈਲੰਜ ਕਰ ਰਿਹਾ ਜਿਹੜਾ ਉਹ ਫਰਾਡ ਲੋਕਾਂ ਨਾਲ ਹੋਇਆ। ਕੰਪਨੀ ਦਾ ਜਿਹੜਾ ਕੋਈ ਬੰਦਾ ਉਹ 15 ਤੋਂ 20% 20 ਰੁਪਏ ਮਤਲਬ 15 ਤੋਂ 20% ਤੋਂ ਵੱਧ ਆਪਣੇ ਪੈਸੇ ਨਹੀਂ ਲਾਉਂਦਾ, ਜਾਂ ਬੈਂਕਾਂ ਦੇ ਹੁੰਦੇ ਆ ਜਾਂ ਆਮ ਲੋਕਾਂ ਦੇ ਹੁੰਦੇ ਆ। ਤੇ ਮੈਂ ਉਹਦੀ ਉਦਾਹਰਨ ਦੇ ਕੇ ਵੀ ਆਮ ਲੋਕਾਂ ਲਈ ਦੱਸਦਾ ਕਿ ਜਿਹੜਾ ਵਿਜੇ ਮਾਲਿਆ ਭੱਜਿਆ, ਕਿੰਗ ਫਿਸ਼ਰ ਬੰਦ ਹੋਇਆ, ਜਿਹੜੀ ਕਿੰਗ ਫਿਸ਼ਰ ਬੀਅਰ ਹੈ ਨਾ ਉਹ ਬੰਦ ਨਹੀਂ ਹੋਈ, ਹਾਲੇ ਵੀ ਚੱਲਦੀ ਉਹ ਉਹ ਪੈਸੇ ਕਿਤੇ ਲੈ ਕੇ ਭੱਜ ਗਿਆ? ਉਹ ਬੈਂਕਾਂ ਦੇ ਆਪਣੇ ਲੈ ਗਿਆ ਉਹ। ਇਸ ਲਈ SBI ਤੇ LIC ਦਾ, ਇਸ ਲਈ ਅਡਾਨੀ ਗਰੁੱਪ ਦਾ ਜਿਹੜਾ IPO ਖੁੱਲਿਆ ਉਹਦੇ 3200 ਤੋਂ 2500 ਤੱਕ ਦੀ ਰੇਟਿੰਗ ਆ ਗਈ। ਉਹ ਤੋਂ ਬਾਅਦ SBI ਤੇ LIC ਨੇ ਉਹਦੇ ਸ਼ੇਅਰ ਖਰੀਦ ਲਏ 87,000 ਕਰੋੜ ਦੇ। ਅਲਟੀਮੇਟਲੀ ਉਹ ਡੁੱਬਣਗੇ ਹੈ ਨਾ। ਇੱਥੇ ਕੁਝ ਗੱਲਾਂ ਮੈਂ ਤੁਹਾਡੇ ਨਾਲ ਹਾਈਲਾਈਟ ਜਿਹੜੀਆਂ ਨੇ 2-4 ਮੈਂ ਜਿਹੜੀਆਂ ਨੋਟ ਕੀਤੀਆਂ ਉਹ ਕਰਦੇ ਹਾਂ। ਉਸ ਤੋਂ ਬਾਅਦ ਅਸੀਂ ਇੱਕ ਨਵੇਂ ਵਿਸ਼ੇ ਵੱਲ ਆਉਣੇ ਜਿਹੜਾ ਬੜਾ ਇੰਪੋਰਟੈਂਟ ਹੈ। ਇਸ ਬਜਟ ਦੇ ਵਿੱਚ 2 ਗੱਲਾਂ ਬੜੀਆਂ ਸਾਹਮਣੇ ਆਈਆਂ। ਪਹਿਲੀ ਗੱਲ ਤੇ ਜਿਹੜੇ ਕੋਈ ਖਾਸ ਗੱਲਾਂ ਨੇ, ਇੱਕ ਤਾਂ ਹੈ ਕਿ ਮੋਟੇ ਅਨਾਜ ਨੂੰ ਇਹਦੇ ਵਿੱਚ ਪ੍ਰੈਫਰੈਂਸ ਦੇਣ ਵਾਸਤੇ ਵੱਖਰੀ ਪ੍ਰੋਵੀਜ਼ਨ ਹੈ। ਫਿਰ ਅੰਡਰ ਪ੍ਰਿਵਿਲੇਜ ਜਿਹੜੇ ਲੋਕ ਆ ਉਹਨਾਂ ਵਾਸਤੇ ਕੁਝ ਨਵੀਆਂ ਸਕੀਮਾਂ ਨੇ, ਜਿਹੜੇ ਵਿਚਾਰੇ ਗਰੀਬ ਨੇ, ਜਿਨ੍ਹਾਂ ਨੂੰ ਸਾਰੀਆਂ ਸਹੂਲਤਾਂ ਨਹੀਂ ਮਿਲਦੀਆਂ। ਫਿਰ ਇਹਦੇ ਵਿੱਚ ਇਹਨਾਂ ਨੇ ਲਿਖਿਆ ਆ PM ਅੰਨ ਯੋਜਨਾ, ਹਾਂਜੀ, ਇਹਦੇ ਵਿੱਚ ਵੀ ਵਾਅਦਾ ਕੀਤਾ ਗਿਆ।
ਇਨਫਰਾਸਟ੍ਰਕਚਰ ਤੇ ਖਰਚ ਹੋਣਾ ਹੈ। ਮੈਡੀਕਲ ਕਾਲਜ ਦਾ ਜ਼ਿਕਰ ਕਰ ਹੀ ਦਿੱਤਾ ਟਵਾਣਾ ਸਾਹਿਬ ਨੇ ਤੇ ਧਾਲੀਵਾਲ ਸਾਹਿਬ ਨੇ। ਰੇਲਵੇ ਦੇ ਉੱਤੇ ਕਹਿੰਦੇ ਅਸੀਂ 2.40 ਲੱਖ ਕਰੋੜ ਜਿਹੜਾ ਉਹ ਅਲਾਟ ਕੀਤਾ ਹੈ ਇਸ ਵਾਰੀ। ਅੱਗੇ ਤੁਹਾਨੂੰ ਯਾਦ ਹੋਣਾ ਰੇਲਵੇ ਦਾ ਬਜਟ ਵੱਖਰਾ ਪੇਸ਼ ਹੁੰਦਾ ਸੀਗਾ। ਇਹਦੇ ਨਾਲ ਇੱਕ ਹੋਰ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਤੇ ਕਹਿੰਦੇ ਆ ਅਸੀਂ ਜਿਹੜਾ ਹੈ ਉਹ ਵੱਖਰਾ ਖਰਚ ਕਰਦੇ ਹਾਂ, ਵੱਖਰੀਆਂ ਲੈਬੋਰਟਰੀਜ਼ ਜਿਹੜੀਆਂ ਉਹ ਬਣਨੀਆਂ ਨੇ। ਇਸੇ ਤਰ੍ਹਾਂ ਇੱਕ ਹੋਰ ਨਵਾਂ ਵਿਸ਼ਾ ਹੈ ਕਿ ਜਨ ਵਿਸ਼ਵਾਸ ਐਕਟ, ਹਾਂਜੀ, ਉਹਦੇ ਅੰਡਰ ਇਹਨਾਂ ਨੇ ਕੁਝ ਕਾਨੂੰਨਾਂ 'ਚ ਸੋਧ ਕਰਨੀ ਹੈ, ਉਹਦੀ ਵਿਸਥਾਰ 'ਚ ਕਿਤੇ ਤੁਹਾਡੇ ਨਾਲ ਫਿਰ ਗੱਲ ਕਰਾਂਗੇ। ਇੱਕ ਵਧੀਆ ਗੱਲ ਜਿਹੜੀ ਹੋਰ ਆਈ ਆ ਕਿ ਸਾਡੇ ਦੇਸ਼ ਦੇ ਵਿੱਚ ਜਿਹੜੇ ਲੋਕ ਸੀਵਰੇਜ ਵਗੈਰਾ ਦੀ ਸਫਾਈ ਕਰਦੇ ਆ ਉਹਨਾਂ ਦੀ ਬੜੇ ਹਾਦਸੇ ਹੁੰਦੇ ਆਏ ਆ। ਉਹਦੇ ਲਈ ਇਹਨਾਂ ਨੇ ਕਿਹਾ ਕਿ ਅਸੀਂ 100% ਉਹਨੂੰ ਮਸ਼ੀਨੀਕਰਨ ਕਰਨ ਜਾ ਰਹੇ ਹਾਂ। ਇਹ ਕੀ ਕਰ ਪਾਉਂਦੇ ਆ ਅਖੀਰ ਤੱਕ ਕਿ ਨਹੀਂ ਕਰ ਪਾਉਂਦੇ, ਇਹ ਗੱਲ ਵੱਖਰੀ ਹੈ, ਪਰ ਇਹ ਬਹੁਤ ਵਧੀਆ ਹੈ ਉਹਨਾਂ ਲੋਕਾਂ ਲਈ ਜਿਹੜੇ ਅੰਡਰ ਪ੍ਰਿਵਿਲੇਜ ਵੀ ਨੇ ਔਰ ਵਿਚਾਰੇ ਉਹ ਆਪਣੀ ਜਾਨ ਜ਼ੋਖਮ ਤੇ ਪਾ ਕੇ ਸਫਾਈ ਕਰਦੇ ਆ। ਇਸੇ ਤਰ੍ਹਾਂ ਇਹਨਾਂ ਨੇ ਡਿਜੀਟਲ ਲੋਕਰ ਦੀ ਗੱਲ ਕੀਤੀ ਹੈ। ਇੱਕ ਗੋਵਰਧਨ ਯੋਜਨਾ ਸ਼ੁਰੂ ਕੀਤੀ ਬਾਇਓਗੈਸ ਪਲਾਂਟਸ ਲਾਉਣ ਵਾਸਤੇ, ਹਾਂਜੀ। ਨੈਚੁਰਲ ਫਾਰਮਿੰਗ ਦੀ ਗੱਲ ਹੋਈ ਹੈ ਜਿਹੜੀ ਮੈਂ 2 ਪੁਆਇੰਟਸ ਤੇ ਆਉਣਾ ਚਾਹੁੰਦਾ ਕਿ ਤੁਹਾਨੂੰ ਜੈਵਿਕ ਖੇਤੀ ਵੱਲ ਲਿਜਾਣੀ ਚਾਹੁੰਦੀ ਹੈ ਸਰਕਾਰ, ਤੇ ਨਾਲ ਦੀ ਨਾਲ ਇੱਕ ਹੋਰ ਨਵੀਂ ਟਰਮ, ਵੈਸੇ ਟਰਮ ਤੇ ਬੜੀਆਂ ਆ ਗਈਆਂ ਨੇ ਕਿਉਂਕਿ ਅਸੀਂ ਮਹਾਕਾਲ 'ਚ ਦਾਖਲ ਹੋ ਗਏ, ਮਹਾ ਅੰਮ੍ਰਿਤ ਕਾਲ ਦੇ ਵਿੱਚ। ਇੱਕ ਹੋਰ ਆ ਰਿਹਾ, ਉਹਦਾ ਨਾਂ ਰੱਖਿਆ ਉਹਨਾਂ ਨੇ ਸ਼੍ਰੀ ਅੰਨ, ਭਾਵ ਕਿ ਜਿਹੜਾ ਮੋਟਾ ਅਨਾਜ ਆ, ਮਿਲਟਸ ਕਹਿੰਦੇ ਆ ਜਿਨ੍ਹਾਂ ਨੂੰ। ਉਹਦੇ ਵਿੱਚ ਜਿਹੜਾ ਜ਼ਿਕਰ ਕੀਤਾ ਉਹਨਾਂ ਨੇ ਮਿਲਟਸ ਦੇ ਵਿੱਚ, ਅੱਜ ਜਿਹੜੇ ਨਾਮ ਲਏ ਆ ਸੀਤਾਰਮਨ ਜੀ ਦੇ ਬਜਟ ਦੇ ਵਿੱਚ ਜਿਹੜੇ ਆ ਉਹ ਲਿਖੇ ਹੋਏ ਆ, ਉਹ ਮੈਂ ਜੇ ਤੁਹਾਨੂੰ ਪੜ੍ਹ ਕੇ ਸੁਣਾਵਾਂ। ਉਹਦੇ ਵਿੱਚ ਜਵਾਰ, ਰਗੀ, ਬਾਜਰਾ, ਰਾਮਦਾਣਾ, ਕੰਗਣੀ, ਕੁਟਲੀ, ਚੀਨਾ ਤੇ ਸਾਮਾ। ਇਹ ਬਹੁਤੇ ਤਾਂ ਅਸੀਂ ਜਿਹੜੇ ਨਹੀਂ ਇਸ ਆਪਣੇ ਇਲਾਕੇ 'ਚ ਸ਼ਾਇਦ ਨਹੀਂ ਸੁਣੇ ਹੋਣੇ। ਆਪਾਂ ਦੇ ਜਵਾਰ, ਬਾਜਰਾ, ਰਾਗੀ, ਕੰਗਣੀ ਇਹ ਸੁਣੇ ਹੋਏ ਆ। ਸਾਊਥ ਦੇ ਪਾਰਲੀਮੈਂਟ ਦੇ ਵਿੱਚ ਜਿਹੜਾ ਮੈਨੂ ਹੈ ਹੁਣ ਲਾਗੂ ਆ, ਉੱਥੇ ਲਾਗੂ ਵੀ ਕਰ ਦਿੱਤੇ ਗਏ ਆ। ਤੁਹਾਨੂੰ ਉੱਥੇ ਉਹਦੀ ਖਿਚੜੀ ਮਿਲੂਗੀ, ਤੁਹਾਨੂੰ ਉੱਥੇ ਉਹਦਾ ਜਿਹੜਾ ਉਹ ਸੂਪ ਮਿਲੂਗਾ, ਇਹੋ ਜਿਹੀਆਂ ਚੀਜ਼ਾਂ। ਇਹ ਦੋ ਗੱਲਾਂ ਧਾਲੀਵਾਲ ਸਾਹਿਬ ਜੀ। ਇੱਕ ਤੇ ਕਹਿੰਦੇ ਜੀ ਅਸੀਂ 1 ਕਰੋੜ ਫਾਰਮਰ ਨੂੰ ਜੈਵਿਕ ਖੇਤੀ ਵੱਲ ਲੈ ਕੇ ਆਉਣਾ, ਨੈਚੁਰਲ ਫਾਰਮਿੰਗ ਵੱਲ, ਤੇ ਨਾਲੇ ਦੂਸਰੇ ਪਾਸੇ ਉਹ ਕਹਿ ਰਹੇ ਕਿ ਅਸੀਂ ਮਿਲਟਸ ਵਾਲੇ ਪਾਸੇ ਵੀ ਜਿਹੜਾ ਉਹ ਲੈ ਕੇ ਆਉਣਾ। ਇਹਨਾਂ ਤੁਸੀਂ ਜੋੜ ਕੇ ਵੇਖਦੇ ਹੋ ਕਿ ਇਹਦੇ ਵਿੱਚ ਕਿਤੇ ਕਿਸਾਨ ਦਾ ਫਾਇਦਾ ਲੱਗਦਾ ਜਾਂ ਅਸੀਂ ਕਿਸੇ ਪਾਸੇ ਹੋਰ ਤੁਰਨ ਲੱਗੇ ਆ? ਕਿਸਾਨ ਦਾ ਫਾਇਦਾ ਹੋ ਸਕਦਾ ਹੈ, ਪਰ ਇਹਦੇ ਵਿੱਚ ਕੀ ਸਰਕਾਰ ਦੱਸਣ ਦੇ ਯੋਗ ਹੈ ਕਿ ਜਿਹੜਾ ਕਿਸਾਨ ਆਪਣੀ, ਮੈਂ ਐਗਜ਼ਾਮਪਲ ਲਈਏ ਪੰਜਾਬ ਦੀ, ਜਿਹੜਾ ਬੰਦਾ 10 ਏਕੜ ਦਾ ਮਾਲਕ ਹੈ, 7 ਏਕੜ 8 ਏਕੜ ਪੈਡੀ ਲਾਉਂਦਾ ਹੈ, 8 ਏਕੜ ਕਣਕ ਲਾਉਂਦਾ ਹੈ, ਕੀ ਜਦੋਂ ਇਹ ਮੋਟਾ ਅਨਾਜ ਬਿਜਵਾਉਣਗੇ ਕੀ ਉਹਦੀ ਆਮਦਨ ਉਹਦੇ ਬਰਾਬਰ ਆ ਜਾਏਗੀ? ਜਿਹੜਾ ਉਹ ਗੈਪ ਹੋਏਗਾ ਕੀ ਉਹਨੂੰ ਫਿਲ ਕਰਨ ਲਈ ਕੋਈ ਇੰਤਜ਼ਾਮ, ਕੋਈ ਪ੍ਰੋਵੀਜ਼ਨ, ਕੋਈ ਪੈਸਾ ਰੱਖਿਆ ਹੈ? ਜੇਕਰ ਨਹੀਂ ਰੱਖਿਆ ਤਾਂ ਐਵੇਂ ਫਿਰ ਅਸੀਂ ਇਹਨੂੰ ਇਹ ਸਮਝਾਂਗੇ ਕਿ ਹਵਾ 'ਚ ਗੱਲ ਹੈ। ਤੇ ਜੇਕਰ ਕੋਈ ਉਹ ਪ੍ਰੋਵੀਜ਼ਨ ਵਾਕਈ ਬਜਟ 'ਚ ਤਾਂ ਦਿਖਾਉਣ ਕਿ ਇੰਨੇ ਕਿਸਾਨਾਂ ਨੂੰ ਅਸੀਂ ਇਸ ਰੂਪ 'ਚ ਉਹਨਾਂ ਦੀ ਹੈਲਪ ਕਰਾਂਗੇ, ਉਹਨਾਂ ਦੀ ਮਾਰਕੀਟਿੰਗ ਦੇ ਵਿੱਚ ਉਹਨਾਂ ਦੇ ਅਨਾਜ ਵਿਕਣਗੇ, ਕੋਈ ਮੋਟੇ ਅਨਾਜਾਂ ਦੀ MSP ਅਨਾਉਂਸ ਕਰ ਦੇਣ ਵੀ ਅਸੀਂ ਆਹ ਰੱਖੀ ਹੈ। ਮਤਲਬ ਜਿਹੜੀ ਇਹ ਗੱਲਾਂ ਨੇ ਨਾ, ਇਹ ਗੱਲਾਂ ਤੇ ਪੁਖਤਾ ਜਿਹੜੇ ਕਦਮ ਨੇ, ਜਿਹੜੇ ਇਹ ਸਾਬਤ ਕਰਨ ਕਿ ਵਾਕਈ ਇਹ ਕਦਮਾਂ ਨਾਲ ਉਹਨਾਂ ਕਿਸਾਨਾਂ ਦੀ ਹੈਲਪ ਹੋਏਗੀ ਤੇ ਉਹ ਕਿਸਾਨ ਜਿੰਨੀ ਆਮਦਨ ਪਹਿਲਾਂ ਕੱਢ ਰਹੇ ਨੇ ਖੇਤੀ ਤੋਂ, ਹਾਲਾਂਕਿ ਉਹਦੇ ਨਾਲ ਵੀ ਔਖੇ ਨੇ ਕਿ ਜਿੰਨੀ ਜੇ ਉਨੀ ਆਮਦਨ ਹੋਏਗੀ ਤਾਂ ਔਖੇ ਸੌਖੇ ਉਹ ਆਪਣਾ ਜੀਵਨ ਬਸਰ ਕਰ ਸਕਣਗੇ। ਅਗਲੀ ਗੱਲ ਇਸ ਤੇ ਇਹ ਹੈ, ਜਦੋਂ ਆਪਾਂ ਮੋਟੇ ਅਨਾਜ ਤੇ ਆਵਾਂਗੇ, ਸਪੈਸ਼ਲੀ ਉਹ ਸੂਬੇ ਜਿਹੜੇ ਪੈਡੀ ਦੇ ਕਣਕ ਤੇ ਨੇ, ਉਹਨਾਂ ਤੇ ਕਿੰਨੀ ਲੇਬਰ ਲੱਗੇਗੀ? ਉਹ ਲੇਬਰ ਦੀ ਕਾਸਟ ਕੈਲਕੂਲੇਸ਼ਨ ਕੋਈ ਹੋਈ ਹੈ ਕਿ ਉਹ ਕਿੱਥੋਂ ਕੰਪਨਸੇਟ ਕਰਾਂਗੇ ਆਪਾਂ? ਸੋ ਇਸ ਕਰਕੇ ਇੱਦਾਂ ਕਹਿ ਦੇਣਾ ਮੈਨੂੰ ਲੱਗਦਾ ਬਹੁਤ ਈਜੀ ਹੈ। ਫਿਰ ਮੈਂ ਉਸੇ ਗੱਲ ਤੇ ਆਉਣਾ ਜਿਹੜੀ ਮੈਂ ਪਹਿਲਾਂ ਕਹਿ ਕੇ ਹਟਿਆ। ਹਾਲੇ ਇਹ ਕਹੇ ਜਾਂਦਾ ਸੱਜਣਾ ਵੱਲੋਂ ਵੀ ਇਹ ਲੋਕ ਲਵਾਉਣਾ ਨਹੀਂ ਹੈ ਬਜਟ, ਫਿਰ ਹੋਰ ਇਹ ਸਾਰਾ ਕੁਝ ਕੀ ਲਵਾਉਣਾ ਹੈ? ਮੈਂ ਲੋਕ ਲਵਾਉਣਾ ਕੀ ਹੁੰਦਾ ਹੈ? ਇਹੀ ਕਿ ਬਾਹਰੋਂ ਚੰਗਾ ਲੱਗੇ, ਅੰਦਰੋਂ ਦਿਸੇ ਨਾ ਕਿ ਅੰਦਰ ਕੀ ਹੈ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਜੀ ਕਿ ਇਸ ਤਰ੍ਹਾਂ ਦੇ ਬਿਆਨ ਦੇ ਦੇਣੇ ਦੇਖਣ ਨੂੰ ਬੜਾ ਵਧੀਆ ਲੱਗਦਾ ਹੈ। ਜਿਹੜੀ ਗੱਲ ਤੁਸੀਂ ਕਹੀ ਹੈ ਐਨਵਾਇਰਨਮੈਂਟ ਦੇ ਵਿੱਚ, ਉਹ ਇੰਟਰਨੈਸ਼ਨਲ ਪ੍ਰੈਸ਼ਰ ਨੇ ਜਿਹਦੇ ਕਰਕੇ ਜਿਹੜੀਆਂ ਤੁਸੀਂ ਕਹੋ ਕਿ ਆਟੋਮੋਬਾਈਲ ਦੇ ਵਿੱਚ ਵੀ ਇਹਨਾਂ ਨੇ ਕਿਹਾ ਅਸੀਂ ਵਿਸ਼ੇਸ਼ ਕਿਸਮ ਦੀਆਂ ਬੈਟਰੀਆਂ ਸਸਤੀ ਕਰਾਂਗੇ। ਉਹ ਬੈਟਰੀਆਂ ਨੇ ਜਿਹੜੀਆਂ ਉਹ ਜਿਹੜੀ ਇਲੈਕਟ੍ਰਿਕ ਕਾਰ ਦੇ ਚੱਲਣ 'ਚ ਕੰਮ ਆਉਂਦੀਆਂ ਨੇ, ਅਲਟੀਮੇਟਲੀ ਉਹਨਾਂ ਦਾ ਬਹੁਤ ਸਾਰਾ ਬੈਨੀਫਿਟ ਫੇਰ ਕਾਰਪੋਰੇਟ ਘਰਾਣਿਆਂ ਨੂੰ ਜਾਣਾ ਹੈ। ਬਿਲਕੁਲ। ਇਹਦੇ ਵਿੱਚ ਜਿਹੜੀ ਚੀਜ਼ ਤੁਸੀਂ ਦੱਸੀ ਹੈ, ਜਿੰਨੀਆਂ ਵਸਤਾਂ ਤੁਸੀਂ ਗਣਾਈਆਂ ਸੀ, ਉਹਦੇ ਵਿੱਚ ਮੈਨੂੰ ਤਾਂ ਸਾਈਕਲ ਹੀ ਲੱਗਿਆ ਇੱਕ, ਜਿਹੜਾ ਜੇ ਉਹ ਸਸਤਾ ਹੋ ਰਿਹਾ ਉਹ ਵਿਚਾਰਾ ਆਮ ਨਾਗਰਿਕ ਦੇ ਕੰਮ ਆਉਂਦਾ ਹੈ। ਅਦਰਵਾਈਜ਼ ਬਾਕੀ ਸਾਰੀਆਂ ਜਿਹੜੀਆਂ ਵਸਤਾਂ ਨੇ
ਮੈਂ ਅੱਜ ਵੀ ਪੜ੍ਹ ਰਿਹਾ ਸੀ, ਪਹਿਲਾਂ ਵੀ ਪੜ੍ਹ ਰਿਹਾ ਸੀ, ਟਵਾਣਾ ਸਾਹਿਬ ਮੇਰੀ ਗੱਲ ਨੂੰ ਤਾਇਦ ਕਰ ਦੇਣਗੇ। ਜਿਹੜਾ ਸੋਨਾ ਖਰੀਦਣਾ, ਮੈਂ ਮੰਨਿਆ ਗਰੀਬ ਕਿਸਾਨ ਵੀ ਖਰੀਦਦਾ ਹੋਊਗਾ, ਗਰੀਬ ਮਜ਼ਦੂਰ ਵੀ ਖਰੀਦਦਾ ਹੋਊਗਾ, ਇਹ ਸਾਡੇ ਟ੍ਰੈਡੀਸ਼ਨ ਦਾ ਪਾਰਟ ਹੈ। ਪਰ ਕਦੇ ਸੋਚਿਆ ਤੁਸੀਂ ਵੀ ਸੋਨੇ ਤੇ ਪੈਟਰੋਲੀਅਮ ਦੇ ਵਿੱਚ GST ਦਾ ਇੰਨਾ ਫਰਕ ਕਿਉਂ ਹੈ? ਜੇ ਸੋਨਾ ਵੀ ਆਦਮੀ ਕਹਿੰਦਾ ਉਹਦੇ ਵੱਧ GST ਲਾ ਦਿਓ ਪਰ ਉਹਦੇ ਘੱਟ ਰਹੇਗਾ, ਡੀਜ਼ਲ ਪੈਟਰੋਲ ਤੇ ਜ਼ਿਆਦਾ ਲਏਗਾ। ਉਹ ਤਾਂ ਫਿਰ ਜਿਹੜੇ ਵੱਡੇ ਲੋਕਾਂ ਨੇ ਖਰੀਦਣਾ ਹੈ ਨਾ, ਇਸ ਕਰਕੇ ਵੱਡੇ ਲੋਕਾਂ ਨੇ ਖਰੀਦਣਾ ਹੈ ਉਹ। ਇਸ ਕਰਕੇ ਜਿਹੜੇ ਅਮੀਰ ਲੋਕ ਜਹਾਜ਼ਾਂ 'ਚ ਫਲਾਈ ਕਰਦੇ ਆ, ਉਸ ਤੇਲ ਦੀ ਕੀਮਤ ਉਹ ਕਹਿੰਦੇ ਜੀ ਨਹੀਂ, ਜਹਾਜ਼ਰਾਨੀ ਮਰਦੀ ਹੈ ਜੀ, ਇਸ ਕਰਕੇ ਉਹਨੂੰ ਸਸਤੇ ਰੇਟਾਂ ਤੇ ਦੇਣਾ ਪੈਂਦਾ। ਸੋ ਇਸ ਕਰਕੇ ਜਿਹੜੀਆਂ ਇਦਾਂ ਦੀਆਂ ਪਲੈਨਿੰਗਸ ਨੇ ਨਾ, ਇਹਨਾਂ 'ਚ ਸਾਫ਼ ਝਲਕਦਾ ਕਿ ਮਿਸਮੈਚ ਦੇਖੋ ਇੱਥੇ ਟਵਾਣਾ ਸਾਹਿਬ ਤੁਸੀਂ ਥੋੜਾ ਜਿਹਾ ਕਲੀਅਰ ਕਰਿਓ ਵੀ ਜਿਹੜਾ ਡੀਜ਼ਲ ਹੈ ਉਹ 1975 ਦੇ ਵਿੱਚ ਨਾ ਕੋਈ 40-45 ਪੈਸੇ ਲੀਟਰ ਸੀਗਾ, ਤੇ ਕਣਕ ਸੀ 1 ਰੁਪਈਆ 5 ਪੈਸੇ ਕਿਲੋ। ਮਤਲਬ 1 ਕਿਲੋ ਕਣਕ ਵੇਚ ਕੇ 1975 ਦੇ ਵਿੱਚ ਇੱਕ ਕਿਸਾਨ 2 ਲੀਟਰ ਡੀਜ਼ਲ ਵੀ ਲੈ ਆਉਂਦਾ ਸੀ, ਉਹਦੇ ਕੋਲੇ 20-25 ਪੈਸੇ ਦੇ ਵਿੱਚ ਬਚ ਵੀ ਜਾਂਦੇ ਸੀ। ਅੱਜ ਦੀ ਸਥਿਤੀ ਕੀ ਹੈ? 96 ਰੁਪਏ ਨੂੰ ਪੈਟਰੋਲ ਹੈ, ਡੀਜ਼ਲ ਜਿਹੜਾ ਉਹ 86 ਰੁਪਏ ਹੈ, ਮਤਲਬ 86 ਹੈ ਨਾ, ਕਣਕ 20 ਰੁਪਏ ਹੈ, ਕਣਕ 20 ਰੁਪਏ ਹੈ। ਹੁਣ ਉਹ ਕਿੰਨੀ ਕਣਕ, 4 ਕਿਲੋ ਕਣਕ ਦਾ ਜਾਂ 5 ਕਿਲੋ ਕਣਕ ਦਾ 1 ਲੀਟਰ ਆਉਂਦਾ, 1 ਲੀਟਰ ਆਉਣ ਦੇ ਨੇੜੇ ਤੇੜੇ ਹੈ ਨਾ। ਇਹ ਡਿਫਰੈਂਸ ਜਿਹੜਾ ਉਹ ਮਤਲਬ ਇੱਕ ਆਮ ਬੰਦਾ ਤੇ ਬਜਟ ਇਹੀ ਸੋਚਦਾ ਨਾ ਕਿ ਅੱਛਾ ਫਿਰ ਪਹਿਲਾਂ ਜਿਹੜੀ ਆ ਉਹ ਸਾਡੀ ਆਮਦਨ ਵੀ ਘੱਟ ਸੀਗੀ, ਹੁਣ ਜੇ ਸਾਡਾ ਕਣਕ ਵੱਧ ਵੀ ਗਈ, ਮੰਨ ਲਓ ਪ੍ਰੋਡਕਸ਼ਨ, ਉੱਥੇ ਡੀਜ਼ਲ ਦਾ ਰੇਟ ਵੱਧ ਗਿਆ, ਖਾਦਾਂ ਦਾ ਰੇਟ ਵੱਧ ਗਿਆ, ਬਿਜਲੀ ਦੇ ਖਰਚੇ ਆ ਗਿਆ, ਦਵਾਈਆਂ ਦੇ ਵੱਧ ਗਿਆ। ਇਹ ਸਾਨੂੰ ਨਹੀਂ, ਮੈਨੂੰ ਨਹੀਂ ਸਮਝ ਆਈ ਇਹ ਗੱਲ ਵੀ ਇਹ ਡਿਫਰੈਂਸ ਕਿਵੇਂ ਇੰਨਾ ਹਜ਼ਾਰਾਂ ਗੁਣਾ ਵੱਧ ਰਿਹਾ। ਇਹਦੇ ਚ ਜਿਹੜੀ ਇੱਕ ਟੈਕਨੀਕਲ ਟਰਮ ਯੂਜ਼ ਹੁੰਦੀ ਆ ਉਹ ਹੈਗਾ ਟਰਮਸ ਆਫ ਟ੍ਰੇਡ ਜੀ। ਟਰਮਸ ਆਫ ਟ੍ਰੇਡ ਜਿਹੜਾ ਖੇਤੀਬਾੜੀ ਤੇ ਜਿਹੜੀ ਇੰਡਸਟਰੀ ਆ ਉਹਦਾ ਟਰਮਸ ਆਫ ਟ੍ਰੇਡ ਜਿਹੜਾ ਇਹ ਹੁੰਦਾ ਕਿ ਜਿਹੜੀਆਂ ਕੀਮਤਾਂ ਜਦੋਂ ਵੱਧਦੀਆਂ ਨੇ ਉਹ ਕਿਹਦੇ ਹੱਕ 'ਚ ਵੱਧ ਰਹੀਆਂ ਨੇ। ਦੋਵੇਂ ਕੀਮਤਾਂ ਵਧੀਆਂ, ਖੇਤੀਬਾੜੀ ਦੀਆਂ ਵੀ ਵਧੀਆਂ ਤੇ ਇੰਡਸਟਰੀ ਦੀਆਂ ਵੀ ਵਧੀਆਂ, ਪਰ ਉਹ ਜ਼ਿਆਦਾ ਵਧੀਆ ਇੰਡਸਟਰੀ ਦੀਆਂ, ਉਹਦੀਆਂ ਨਹੀਂ ਵਧੀਆਂ। ਇਹਦੇ ਤੇ ਇੱਕ ਕਮੇਟੀ 2014 'ਚ ਜਿਹੜੇ ਅੱਜ ਕੱਲ੍ਹ ਰਮੇਸ਼ ਚੰਦ ਹੈ, ਅੱਜ ਕੱਲ੍ਹ ਉਹ ਕਿਸਾਨੀ ਜਿਹੜੇ ਸੁਧਾਰ ਨੇ ਉਹਨਾਂ ਦੇ ਹੱਕ 'ਚ ਬੋਲਦਾ, ਅੱਜ ਕੱਲ੍ਹ ਉਲਟ ਬੋਲ ਰਿਹਾ, ਲੇਕਿਨ ਉਦੋਂ ਇੱਕ ਕਮੇਟੀ ਬਣੀ ਸੀ, ਉਹਦੀ ਚੇਅਰਮੈਨਸ਼ਿਪ ਥੱਲੇ ਉਹਨੇ ਇੱਕ ਐਸਟੀਮੇਟ ਲਾਇਆ ਸੀ ਕਿ ਜੇ ਖੇਤੀਬਾੜੀ ਕੀਮਤਾਂ ਨੂੰ ਜਿਹੜੀ ਸਾਡਾ ਹੋਲਸੇਲ ਜਿਹੜਾ ਪ੍ਰਾਈਸ ਇੰਡੈਕਸ ਹੈ ਉਹਦੇ ਨਾਲ ਜੋੜ ਦਈਏ ਤੇ ਕਿੰਨੀ ਉਹ ਹੋਣੀ ਚਾਹੀਦੀ ਸੀ। ਇਹ ਸੀਗੀ ਕਿ ਇੱਕ ਵਾਰੀ ਕਿਸਾਨ ਜਥੇਬੰਦੀਆਂ ਦੀ ਮੰਗ ਵੀ ਰਹੀ, ਉਹ ਤੋਂ ਬਾਅਦ ਚਲੋ ਬਦਲ ਗਈ ਕਿ ਜਿਹੜੀ ਖੇਤੀਬਾੜੀ ਦੀਆਂ ਕੀਮਤਾਂ ਨੇ ਉਹਨੂੰ ਪ੍ਰਾਈਸ ਇੰਡੈਕਸ ਨਾਲ ਲਿੰਕ ਕਰੋ। ਉਸ ਕਮੇਟੀ ਦੀ ਰਿਪੋਰਟ ਇਹ ਹੈ ਕਿ ਜੇ ਭਾਈ ਇਹਨੂੰ ਪ੍ਰਾਈਸ ਇੰਡੈਕਸ ਨਾਲ ਜੋੜਿਆ ਜਾਂਦਾ ਤਾਂ ਜਿਹੜੀ ਕਿਸਾਨੀ ਹੈ ਉਹਨੂੰ 45 ਲੱਖ ਕਰੋੜ ਰੁਪਈਆ ਹੋਰ ਮਿਲਣਾ ਸੀ 1971 ਤੋਂ ਲੈ ਕੇ ਹੁਣ ਤੱਕ। ਕੀ ਬਾਤ ਹੈ। ਇੰਨੇ ਪੈਸੇ ਜਿਹੜੇ ਹੈ ਉਹ ਕੀਮਤਾਂ ਦੇ ਹੇਰ ਫੇਰ ਚ ਕਿਸਾਨੀ ਦੇ ਚਲੇ ਗਏ, ਮਤਲਬ ਦੂਸਰੀਆਂ ਲੋਕ ਖਾ ਗਏ, ਜਿਹੜੇ ਫਰਮਾਂ ਖਾ ਗਈਆਂ, ਟ੍ਰੇਡਰਸ ਖਾ ਗਏ। ਹੁਣ ਇਹਦੇ ਚ ਇਹੀ ਹੈ ਕਿ ਖੇਤੀਬਾੜੀ ਲਾਹੇਵੰਦ ਧੰਦਾ ਕਿਉਂ ਨਹੀਂ ਰਿਹਾ, ਘਾਟੇ ਦਾ ਸੌਦਾ ਕਿਉਂ ਹੋ ਗਿਆ? ਉਹ ਇਸ ਕਰਕੇ ਹੋਇਆ ਕਿ ਜਿਹੜੀਆਂ ਕੀਮਤਾਂ ਨੇ ਉਹਨਾਂ ਦੀ ਇਨਪੁਟ ਜਿਹੜੀ ਹੈ ਜਾਂ ਹੋਰ ਹੈ, ਉਹਦੀਆਂ ਕੀਮਤਾਂ ਕਿਤੇ ਦੀਆਂ ਕਿਤੇ ਪਹੁੰਚ ਗਈਆਂ। ਜਿਵੇਂ ਤੁਸੀਂ ਤੇਲ ਦੀ ਗੱਲ ਕਰਦੇ ਹੋ ਤੇ ਉਹਦੇ ਖਾਦ ਦੀ ਗੱਲ ਕਰ ਲਿਓ, ਉਹ 'ਚ ਤੁਸੀਂ ਟਰੈਕਟਰ ਦੀ ਗੱਲ ਕਰ ਲਿਓ, ਉਦੋਂ ਤੁਸੀਂ ਬਿਜਲੀ ਦੀ ਗੱਲ ਕਰ ਲਿਓ। ਉਹਦੇ 'ਚ ਜਿਵੇਂ ਡੀਏ ਮਿਲਦਾ ਰੈਗੂਲਰ EMPLOYE ਨੂੰ ਤੇ ਤੁਸੀਂ ਉੱਥੇ ਡੀਏ ਦੇ ਦਿਓ ਕਿਸਾਨਾਂ ਨੂੰ, ਹੈ ਨਾ। ਇੱਕ ਜਿਹੜੇ ਪਰਮਾਨੈਂਟ EMPLOYE ਹੈ ਉਹਨਾਂ ਨੂੰ ਇਨਫਲੇਸ਼ਨ ਦੀ ਭਰਪਾਈ ਹੁੰਦੀ ਡੀਏ ਰਾਹੀਂ ਕਿ ਬਈ ਪ੍ਰਾਈਸ ਇੰਡੈਕਸ ਵਧ ਰਿਹਾ ਤੁਹਾਨੂੰ ਡੀਏ ਦੇਵਾਂਗੇ। ਕਿਸਾਨਾਂ ਨੂੰ 10 ਰੁਪਏ 20 ਰੁਪਏ 5% 2% ਇਹ ਰੇਟ ਹੁੰਦਾ। ਇਹਦੇ ਵਿੱਚ ਇਹੀ ਗੱਲ ਮੈਂ ਜਿਹੜੀ ਕਹਿਣੀ ਚਾਹੁੰਦਾ ਨਾ, ਜਿਹੜਾ ਇਹ ਬਜਟ ਹੈ ਐਗਰੀਕਲਚਰ ਦੇ ਬਾਰੇ 'ਚ, ਜਿਹੜਾ ਤੁਸੀਂ ਮਿਲਟਸ ਦੀ ਗੱਲ ਕਰੀ ਹੈ, ਉਦੋਂ ਤੋਂ ਪਹਿਲਾਂ ਇੱਕ ਮੈਨੂੰ ਬੜਾ ਖਦਸ਼ਾ, ਉਹਨਾਂ ਨੇ ਕਿਹਾ ਕਿ ਅਸੀਂ ਖੇਤੀਬਾੜੀ ਸੈਕਟਰ ਨੂੰ ਜਿਹੜਾ ਨਾ ਉਹਦੇ 'ਚ ਅਸੀਂ ਕੰਮ ਕਰਾਂਗੇ, ਉਹ 'ਚ ਪ੍ਰੋਡਕਸ਼ਨ ਵੀ ਵਧਾਵਾਂਗੇ, ਆ ਮਿਲਟਸ ਦੀ ਖੇਤੀ ਵੀ ਕਰਾਂਗੇ, ਪਰ ਉਹਦੇ ਨਾਲ ਕਹਿੰਦਾ ਇਹ ਪੀਪੀ ਮੋਡ ਦੇ ਵਿੱਚ ਹੋਊਗਾ, ਕੋਆਪਰੇਟਿਵ ਮੋਡ ਤੇ ਕਿਹਾ ਉਹਨਾਂ ਨੇ। ਹਾਂ ਕੋਆਪਰੇਟਿਵ ਮੋਡ ਦਾ ਉਹ ਕਹਿੰਦਾ ਵੀ ਜਿਹੜੇ ਛੋਟੇ ਤੇ ਜਿਹੜੇ ਦਰਮਿਆਨੇ ਕਿਸਾਨ ਨੇ ਉਹਨਾਂ ਦੀ ਅਸੀਂ ਕੋਆਪਰੇਟਿਵ ਸਹਿਕਾਰਤਾ ਖੇਤੀ ਵੱਲ ਲਿਜਾਣਾ। ਲੇਕਿਨ ਇਹਦੇ ਵਿੱਚ ਤਾਂ ਕਿਹਾ ਇਨਪੁਟ ਸਪਲਾਈਜ਼, ਮਾਰਕੀਟ ਸਟਰਕਚਰ, ਹੋਰ ਜਿੰਨਾ ਕੁਝ ਹੈ ਉਹਦਾ ਅਸੀਂ ਪੀਪੀ ਮੋਡ ਰਾਹੀਂ ਡਿਵੈਲਪਮੈਂਟ ਕਰਾਂਗੇ, ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ ਜਿਹੜੀ। ਤੇ ਮੈਨੂੰ ਇਹ ਲੱਗਦਾ ਬੈਕਡੋਰ ਤੋਂ ਫਿਰ ਜਿਹੜੇ ਕਿਸਾਨ ਮੋਰਚਾ ਉਹਦੇ ਵਾਲਾ ਜਿਹੜੀ ਖਾਦਸ਼ੇ ਆ ਉਹਨਾਂ ਦੇ ਨਾ ਮੁੜ ਕੇ ਫਿਰ ਇਹ ਉੱਥੇ ਆਉਣਗੇ। ਟਵਾਣਾ ਸਾਹਿਬ ਉਹ ਵੀ ਤਿਆਰ ਹੋ ਰਹੇ ਨੇ, ਕਿਸਾਨਾਂ ਨੇ ਵੀ ਅਨਾਉਂਸ ਕਰਤਾ ਕਿ ਅਸੀਂ ਜਿਹੜਾ ਉਹ ਅਗਲੇ ਇਸੇ ਮਹੀਨੇ ਜਿਹੜਾ ਫੈਸਲਾ ਕਰਨਾ ਹੈ। ਜਦੋਂ ਕਿਸਾਨਾਂ ਦਾ ਸੰਕਟ ਆਇਆ ਸੀ ਉਦੋਂ ਵੀ
ਸਾਰੇ ਬੁੱਧੀਜੀਵੀ ਇਹ ਗੱਲ ਕਹਿੰਦੇ, ਅਸੀਂ ਅੱਜ ਵੀ ਉਸੇ ਗੱਲ ਤੇ ਖੜੇ ਨੇ ਕਿ ਇੰਟਰਨੈਸ਼ਨਲ ਪ੍ਰੈਸ਼ਰ ਇਹ ਹੈ ਕਿ ਜਿਹੜੇ ਗਰੀਬ ਕੰਟਰੀ ਅਨਾਜ ਪ੍ਰੋਡਿਊਸ ਕਰਦੇ ਨੇ ਉਹ ਕਿਸੇ ਤਰ੍ਹਾਂ ਅਨਾਜ ਦਾ ਰੇਟ ਨਾ ਵਧਣ ਦੇਣ। ਠੀਕ ਹੈ ਕਿ ਨਹੀਂ? ਉਹ ਜਦੋਂ ਕਿ ਉਹਦੀਆਂ ਕਾਸਟਸ ਵਧੀ, ਕੀਮਤਾਂ ਵਧੀ ਜਾ ਰਹੀਆਂ ਨੇ ਤਾਂ ਅਲਟੀਮੇਟਲੀ ਸਾਡੇ ਕੋਲੇ ਟਾਈਮ ਜਿਹੜਾ ਉਹ ਬੜਾ ਲਿਮਟਿਡ ਹੈ, ਥੋੜਾ ਜਿਹਾ ਟਾਈਮ ਰਹਿ ਗਿਆ ਚੱਲਦੇ ਓਵਰਆਲ ਜੇ ਵੇਖਣਾ ਹੋਵੇ, ਮੈਂ ਦੋ ਕੁ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ, ਉਸ ਤੋਂ ਬਾਅਦ ਆਪਾਂ ਫਾਈਨਲ ਤੁਹਾਡੇ ਉਹ ਲੈਨੇ ਆ ਕਿ ਇਹਦੇ ਵਿੱਚ ਜਿਹੜੇ ਸਾਡੇ ਸੀਨੀਅਰ ਸਿਟੀਜ਼ਨਸ ਨੇ ਜਿਹੜੇ ਤਾਂ ਸੈਲਰੀਡ ਨੇ ਉਹਨਾਂ ਵਾਸਤੇ ਤਾਂ ਉਹਨਾਂ ਨੇ ਚਲੋ ਕੁਝ ਕਰਤਾ ਜੀ, ਤੁਸੀਂ ਇੰਨੇ ਪੈਸੇ ਜਮ੍ਹਾਂ ਕਰ ਸਕਦੇ ਹੋ, ਪਰ ਜਿਹੜੇ ਸਾਡੇ ਬਜ਼ੁਰਗ ਜਿਨ੍ਹਾਂ ਦਾ ਸਮਾਜ ਵਿੱਚ ਕੋਈ ਪੁੱਛਣ ਵਾਲਾ ਨਹੀਂ, ਉਹਨਾਂ ਕੋਲੇ ਆਮਦਨ ਕੋਈ ਨਹੀਂ ਹੈਗੀ, ਉਹਨਾਂ ਵਾਸਤੇ ਕੀ ਇਹਦੇ ਵਿੱਚ ਹੈਗਾ ਕੁਝ? ਨੰਬਰ 2, ਚਾਈਲਡ ਸਿਕਿਉਰਿਟੀ, ਬੱਚਿਆਂ ਦੀ ਸੁਰੱਖਿਆ ਵਾਸਤੇ ਅਸੀਂ ਕਿੰਨੇ ਘਟਨਾਵਾਂ ਸੁਣ ਚੁੱਕੇ ਹਾਂ ਸਕੂਲਾਂ ਦੇ ਵਿੱਚ, ਫਿਰ ਜਿਹੜੇ ਛੋਟੇ ਛੋਟੇ ਕ੍ਰੈਚ ਨੇ ਉੱਥੇ ਸਾਡੇ ਕੋਲੇ ਕਿੰਨੀਆਂ ਆਉਂਦੀਆਂ ਨੇ, ਉਹਨਾਂ ਦੀ ਸੁਰੱਖਿਆ ਪਲੱਸ ਸੋਸ਼ਲ ਸਿਕਿਉਰਿਟੀ ਔਰਤ ਨੂੰ ਅਸੀਂ ਬਹੁਤ ਕਹਿ ਰਹੇ ਹਾਂ ਕਿ ਅਸੀਂ ਅੱਗੇ ਲਿਆਉਣਾ, ਉਹਨੂੰ 에ਅਰ ਫੋਰਸ ਦੇ ਵਿੱਚ ਵੀ ਚਲੀ ਗਈ ਆ, ਉਹ ਕਮਾਂਡੋਜ਼ ਬਣ ਗਏ ਹੋਏ ਆ, ਉਹਨੂੰ ਹਰ ਪਾਸੇ ਲਿਆਉਣੇ, ਪਰ ਉਹਦੀ ਅੱਜ ਕੱਲ੍ਹ ਜਿਹੜੀ ਸਥਿਤੀ ਆ, ਜਿਹੜੇ ਜਿਸ ਤਰ੍ਹਾਂ ਦੇ ਹਾਲਾਤ ਹੋ ਰਹੇ ਨੇ, ਰੇਪ ਕੇਸਿਸ ਹੋ ਰਹੇ ਆ, ਛੇੜਛਾੜ ਹੋ ਰਹੀ ਹੈ, ਸਪੋਰਟਸ ਵਾਲਿਆਂ ਦੇ ਕੇਸ ਅੱਗੇ ਆ ਰਹੇ ਨੇ, ਹੁਣੇ ਤੁਸੀਂ ਦੇਖਿਆ ਨੈਸ਼ਨਲ ਪੱਧਰ ਤੇ ਕਿੰਨਾ ਹੋਇਆ, ਮੈਨੂੰ ਲੱਗਦਾ ਇਹਨਾਂ ਤੇ ਜਿਹੜੀ ਆ ਇਹ ਬਜਟ ਕਿਤੇ ਕਹਿੰਦਾ ਕੁਛ ਜਾਂ ਚੋਪੀ ਆ ਇਹ? ਦੇਖੋ, ਜਿਹੜੀ ਤਾਂ ਤੁਸੀਂ ਕਿਹਾ 15 ਤੋਂ 30 ਲੱਖ ਉਹਨਾਂ ਨੇ ਕਰਤੀ FD, ਪਹਿਲਾਂ ਤੁਸੀਂ ਬੈਂਕ ਬਰਬਾਦ ਕਰੇ, ਉਹਨਾਂ ਪਹਿਲਾਂ ਹੀ 9% ਮਿਲਦਾ ਸੀ, ਉਹ ਜਿਹੜਾ ਨਾ 5.6% ਤੇ ਆ ਗਿਆ, ਉਹਨਾਂ ਦਾ ਪਹਿਲਾਂ ਹੀ ਘਾਟਾ ਜਿਹੜਾ ਨਾ ਸੀਨੀਅਰ ਸਿਟੀਜ਼ਨ ਨੂੰ ਪਿਆ, ਪਹਿਲਾਂ ਉਹਨਾਂ ਲਈ ਵੱਖਰਾ ਵਿਆਜ ਦਰ ਹੁੰਦੀ ਸੀ, ਲੇਕਿਨ ਇਹ ਨਹੀਂਗਾ, ਉਹਦੇ ਚ ਤਾਂ ਬਹੁਤ ਮਾਈਨਰ ਹਿੱਸਾ ਜਿਹੜਾ ਨਾ ਆਉਂਦਾ, 1% ਵੀ ਨਹੀਂ ਹੋਣਾ ਪਾਪੂਲੇਸ਼ਨ ਦਾ, ਜਿਹੜੇ 15 ਤੋਂ 30 ਲੱਖ ਵਾਲੇ ਹੈਗੇ ਆ ਨਾ 1% ਵੀ ਨਹੀਂ। ਜਿਹੜੇ ਵੱਡੇ ਬਜ਼ੁਰਗ ਹੈ ਉਹਨਾਂ ਨੂੰ ਹੈਲਥ ਦੀ ਸਿਕਿਉਰਿਟੀ ਚਾਹੀਦੀ ਹੈ, ਉਹਨਾਂ ਨੂੰ ਸਾਂਭ ਸੰਭਾਲ ਦੀ ਸਿਕਿਉਰਿਟੀ ਚਾਹੀਦੀ ਹੈ, ਉਹਨਾਂ ਨੂੰ ਖਾਣ ਪੀਣ ਲਈ ਪੈਨਸ਼ਨ ਦੀ ਸਿਕਿਉਰਿਟੀ ਚਾਹੀਦੀ ਹੈ ਵੀ ਉਹਨਾਂ ਨੂੰ ਪੈਨਸ਼ਨ ਮਿਲੇ। ਇੱਕ ਖੇਤ ਮਜ਼ਦੂਰ ਆ, ਇੱਕ ਕਿਸਾਨ ਆ ਛੋਟਾ, ਉਹ 60 ਸਾਲ ਕੰਮ ਕਰਦਾ, ਉਹਦੇ ਤੋਂ ਬਾਅਦ ਉਹ ਸੀਨੀਅਰ ਸਿਟੀਜ਼ਨ ਹੁੰਦਾ, ਉਹਦੇ ਲਈ ਕੀ ਹੈ? ਉਹਦੇ ਲਈ ਕੁਛ ਨਹੀਂ ਹੈਗਾ ਉਹਦੇ ਲਈ। ਨੰਬਰ 1। ਨੰਬਰ 2, ਜਿਹੜੀ ਬਾਕੀ ਸਿਕਿਉਰਿਟੀ ਦੀ ਗੱਲ ਕਰਦੇ ਆ, ਔਰਤਾਂ ਦੀ ਗੱਲ ਕੀਤੀ, ਔਰਤਾਂ ਦੀ ਗੱਲ ਹੈ, ਬੱਚਿਆਂ ਦੀ ਗੱਲ ਹੈ, ਤੁਹਾਡੇ ਕਿੰਨੇ ਜਿਹੜੇ ਪਬਲਿਕ ਥਾਵਾਂ ਨੇ ਉਹ CCTV ਦੇ ਅੰਡਰ ਨੇ? ਕਿੰਨੀਆਂ ਪਬਲਿਕ ਥਾਵਾਂ ਨੇ ਜਿੱਥੇ ਲਾਈਟਿੰਗ ਹੈਗੀ ਹੈ? ਕਿੰਨੀਆਂ ਪਬਲਿਕ ਥਾਵਾਂ ਨੇ ਜਿੱਥੇ ਪੁਖਤਾ ਪਬਲਿਕ ਟਰਾਂਸਪੋਰਟ ਦਾ ਸਿਸਟਮ ਹੈਗਾ? ਇਹ ਸਾਰਾ ਕੁਝ ਜੁੜਿਆ ਔਰ ਪਾਲਿਸੀ ਵੀ ਮੈਟਰ ਦੇ ਨਾ, ਬਿਲਕੁਲ ਪਾਲਿਸੀ ਮੈਟਰ ਦੇ। ਇਹਦੇ ਬਾਰੇ ਚ ਤਾਂ ਕੁਝ ਵੀ ਨਹੀਂਗਾ ਨਾ, ਕੋਈ ਇਨਵੈਸਟਮੈਂਟ ਨਹੀਂ ਕਿ ਤੁਸੀਂ ਸਟਰੀਟ ਲਾਈਟਿੰਗ ਕਰਨੀ ਹੈ, ਤੁਸੀਂ CCTV ਲਾਉਣੇ ਹੈ, ਤੁਸੀਂ ਪਬਲਿਕ ਟਰਾਂਸਪੋਰਟ ਜਿਹੜੀ ਲੇਟ ਤੱਕ ਜਾਵੇ, ਬੰਦਿਆਂ ਨੂੰ ਉੱਥੇ ਛੱਡ ਦੇਵੇ, ਉਹਦੀ ਕਰਨੀ ਹੈ। ਮਹਿਲਾ ਦੀ ਔਰ ਪੁਲਿਸ ਇਨਫਰਾਸਟ੍ਰਕਚਰ ਜਿਹੜਾ ਉਹਦੀ ਹਿਊਮਨ ਜਿਹੜੀ ਹੈ ਉਹ ਬਣਾਉਣੀ ਹੈ। ਉਹ ਬੱਚਿਆਂ ਦੇ ਬਾਰੇ ਵੀ ਹੈ, ਉਹ ਔਰਤਾਂ ਦੇ ਬਾਰੇ ਵੀ ਹੈ, ਉਹ ਸੀਨੀਅਰ ਸਿਟੀਜ਼ਨ ਬਾਰੇ ਵੀ। ਬਹੁਤ ਸਾਰੇ ਜਿਹੜੇ ਬਜ਼ੁਰਗ ਆ ਉਹ ਸਫਰ ਕਰਦੇ ਧਾਲੀਵਾਲ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ? ਓਵਰਆਲ ਕੀ ਕਹੋਗੇ ਬਜਟ? ਓਵਰਆਲ ਜੀ ਮੈਨੂੰ ਇਹ ਲੱਗਦਾ ਹੈ ਕਿ ਸਰਕਾਰ ਦੇ ਇਸ ਬਜਟ ਦਾ ਜਦੋਂ ਮੈਂ ਧਿਆਨ ਮਾਰਦਾ, ਸਰਕਾਰ ਨੂੰ ਬਹੁਤ ਸਾਰੇ ਸ਼ਾਸ਼ੇ, ਬਹੁਤ ਸਾਰੇ ਸਰੋਤ ਦਿਖਾਈ ਨਹੀਂ ਦੇ ਰਹੇ ਕਿ ਸਾਡੇ ਕੋਲੇ ਪੈਸਾ ਹੁਣ ਕਿੱਥੋਂ ਆਵੇ। ਜੇਕਰ ਸਰਕਾਰ ਕੋਲ ਥੋੜਾ ਜਿਹਾ ਵੀ ਕੋਈ ਐਦਾਂ ਦਾ ਦਿਖਦਾ ਹੋਰ ਸਰੋਤ ਜਿਸ ਤੋਂ ਉਹ ਹੋਰ ਵਿੱਤੀ ਸਾਧਨਾਂ ਤੋਂ ਪੈਸੇ ਇਕੱਠੇ ਕਰਕੇ ਕੁਝ ਅਨਾਉਂਸਮੈਂਟ ਚੰਗੀਆਂ ਕਰ ਸਕਦੇ, ਤਾਂ ਜ਼ਰੂਰ ਹੀ ਇਹ ਵਿੱਤੀ ਸਾਲ ਸੀ। ਕੋਈ ਸਰਕਾਰ ਐਡੀ ਭਲੀ ਨਹੀਂ ਕਿ ਉਹ ਲੋਕ ਲਵਾਉਣਾ ਬਜਟ ਬਣਾ ਕੇ ਬੜੀਆਂ ਸੋਹਣੀਆਂ ਸਕੀਮਾਂ ਨਾ ਬਣਾਉਂਦੀ। ਇਹ ਤਾਂ ਮੈਨੂੰ ਇਹ ਲੱਗਦਾ ਕਿ ਸਰਕਾਰ ਦੇ ਪੱਲੇ ਉਹ ਸਰੋਤ ਹੀ ਨਹੀਂ ਦਿਖਾਈ ਦੇ ਰਹੇ ਜਿਹੜੇ ਸਾਧਨਾਂ ਤੋਂ ਹੋਰ ਪੈਸਾ ਆ ਸਕੇ। ਟਵਾਣਾ ਸਾਹਿਬ, ਇਸ ਬਜਟ ਦੀਆਂ ਕੋਈ ਚੰਗੀਆਂ ਵੀ ਗੱਲਾਂ ਦੱਸ ਸਕਦੇ ਹੋ? ਨਹੀਂ, ਚੰਗੀ ਚਲੋ ਇੱਕ ਤਾਂ ਜਿਹੜੀ ਸਲੈਬ ਜਿਹੜੀ ਵਧਾਈ ਹੈ ਉਹਦੇ ਲਈ ਹੈਗੀ, ਜਿਹੜੀ ਕਲਾ ਹੈਗੀ ਹੈ। ਦੂਜਾ, ਜੇ ਐਕਚੁਅਲ ਚ ਤੁਸੀਂ ਕਹਿੰਦੇ ਹੋ ਵੀ 10,00,000 ਕਰੋੜ 10,000 ਕਰੋੜ ਰੁਪਈਆ, ਜਿਹੜਾ 10,000 ਲੱਖ ਕਰੋੜ ਰੁਪਈਆ ਕੈਪੀਟਲ ਇਨਫਰਾਸਟ੍ਰਕਚਰ ਤੇ, ਜੇ ਤੁਸੀਂ ਵਾਕਈ ਹੀ ਉਹ ਕਰ ਦਿੰਦੇ ਹੋ, ਪਰ ਉਹਦੇ ਵਿੱਚ ਵੀ ਦੇਖਣ ਵਾਲਾ ਜਿਹੜਾ ਹੈ ਨਾ ਵੀ ਕਿਹੜਾ ਸਟਰਕਚਰ ਕੀ ਹੈ, ਕਿੰਨਾ ਖਰਚਾ ਕਾਹਦੇ ਤੇ ਕੀ ਹੈ, ਉਹ ਅੱਗੇ ਦਾ ਰੌਲਾ। ਜੇ ਉਹ ਵਾਕਿਆ ਕਿਸੇ ਹਿਸਾਬ 'ਚ ਹੋ ਜਾਂਦਾ, ਬਿਨਾਂ ਟੋਲ ਲੱਗੇ ਲੋਕਾਂ ਨੂੰ ਰੋਡ ਪ੍ਰੋਵਾਈਡ ਹੋ ਜਾਂਦੀ ਹੈ, ਤਾਂ ਕੰਡੀਸ਼ਨਲ ਹੈ। ਅਦਰਵਾਈਜ਼ ਜੇ ਟੋਲ ਲਾ ਕੇ ਤੁਸੀਂ ਉਹ ਕੰਮ ਕਰਨਾ, ਇਹਦਾ ਮਤਲਬ ਸਾਡੇ ਸਿਰੋਂ ਹੀ ਲੈਣਾ। ਇੱਕ ਗੱਲ ਇਸ ਤੇ ਮੈਨੂੰ ਲੱਗ ਰਿਹਾ ਜੀ ਚੰਗੀ ਚ ਕਿ এনवायरमेंट ਤੇ ਉਹਨਾਂ ਨੇ ਫੋਕਸ ਕੀਤਾ। ਮੈਂ ਨਹੀਂ ਕਹਿੰਦਾ ਬਹੁਤ ਕੁਝ ਕਰ ਦੇਣਗੇ, ਪਰ ਅਗਲੀਆਂ ਸਰਕਾਰਾਂ ਤੇ ਪ੍ਰੈਸ਼ਰ ਆਊਗਾ ਕਿ ਉਸ ਲਾਈਨ ਤੇ। ਦੂਜੀ ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਜਿਹੜੀ ਕਾਰਾਂ ਦੀ ਵੀ ਕੀਤੀ ਤੇ ਉਹ ਤਾਂ ਜਿਹੜੀ ਇੰਟਰਨੈਸ਼ਨਲ ਹੁਣ ਚੱਲਿਆ ਵਾ ਕਾਪਸ ਦਾ ਜਾਂ ਵਹੀਕਲਸ ਵਗੈਰਾ, ਉਹ ਤਾਂ ਪ੍ਰਾਈਵੇਟ ਕੰਪਨੀਆਂ ਦੇ ਸਰਵਾਈਵਲ ਦਾ ਰੌਲਾ।
ਕਿਉਂਕਿ ਡਿਵੈਲਪ ਕੰਟਰੀ 'ਚ ਡੀਜ਼ਲ ਪੈਟਰੋਲ ਬੇਸਡ ਸਾਰਾ ਕੁਝ ਬੰਦ ਹੋਣਾ, ਜੇ ਕੰਪਨੀ ਨਹੀਂ ਆਉਂਦੀ ਤਾਂ ਉਹ ਮਾਰਕੀਟ ਤੋਂ ਜਾਂਦੀ ਹੈ ਜੀ ਬਾਹਰ ਹੁੰਦੀ। ਬਿਲਕੁਲ, ਜਿਵੇਂ ਟਿਵਾਣਾ ਸਾਹਿਬ ਨੇ ਅਖੀਰ 'ਚ ਗੱਲ ਕੀਤੀ ਹੈ ਕਿ ਕੰਪਨੀਆਂ ਨੂੰ ਬਚਾਉਣ ਵਾਸਤੇ ਵੀ ਬੜਾ ਕੁਝ ਹੋ ਰਿਹਾ ਹੈ। ਜਿਵੇਂ 2022-21 ਦੇ ਵਿੱਚ ਪਾਲਿਸੀ ਲਿਆਂਦੀ ਸੀ ਕਿ 올ਡ ਵਹੀਕਲਸ ਨੂੰ ਜਿਹੜਾ ਉਹ ਖਤਮ ਕਰਨਾ ਹੈ, ਔਰ ਸਭ ਤੋਂ ਪਹਿਲਾਂ ਸਰਕਾਰੀ ਕੇਂਦਰ ਦੇ ਤੇ ਰਾਜ ਸਰਕਾਰ ਆਪਣੇ ਸਰਕਾਰੀ ਵਹੀਕਲਸ ਖਤਮ ਕਰਨ ਜਾ ਰਿਹਾ, ਔਰ ਉੱਥੇ ਈ ਵਹੀਕਲਸ ਖਰੀਦੇ ਜਾਣਗੇ। ਇਹ ਇੱਕ ਟੰਗ ਹੈ, ਸ਼ੁਰੂਆਤ ਹੈ ਕਿ ਕਾਰਪੋਰੇਟ ਨੂੰ ਔਰ ਟਰਾਂਸਪੋਰਟ ਇੰਡਸਟਰੀ ਨੂੰ ਕਿਵੇਂ ਬੂਸਟ ਕਰਨਾ ਹੈ। ਉਹਦੇ ਨਾਲ ਨੁਕਸਾਨ ਕਿਹਦਾ ਹੋ ਰਿਹਾ? ਜਿਹੜੇ ਛੋਟੇ ਛੋਟੇ ਟੈਕਸੀ ਡਰਾਈਵਰਸ ਹੋਣਗੇ, ਟਰੱਕਾਂ ਵਾਲੇ ਹੋਣਗੇ, ਉਹਨਾਂ ਦਾ ਨੁਕਸਾਨ ਹੋਣਾ ਹੈ, ਉਹ ਨਹੀਂ ਕਿਤੇ ਦਿਸ ਰਿਹਾ। ਖੈਰ, ਬਜਟ ਦੇ ਵਿੱਚ ਜਿੰਨੀਆਂ ਤਜਵੀਜ਼ਾਂ ਨੇ ਉਹਦੇ ਉੱਤੇ ਐਨਾਲਿਸਿਸ ਜਿਹੜਾ ਟਿਵਾਣਾ ਸਾਹਿਬ ਨੇ ਤੇ ਧਾਲੀਵਾਲ ਸਾਹਿਬ ਨੇ ਕਰ ਦਿੱਤਾ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਹੁਣ 1 ਅਪ੍ਰੈਲ ਤੋਂ ਬਾਅਦ ਲਾਗੂ ਹੋਣਾ ਹੈ। ਬੈਨੀਫਿਟ ਤੁਹਾਨੂੰ ਜਿਹੜੇ ਆ ਉਹ ਉਦੋਂ ਅਗਲੇ ਸਾਲ ਜਾ ਕੇ ਪਤਾ ਲੱਗਣੇ ਆ, ਟੈਕਸਾਂ ਦੇ ਜਿਹੜੇ ਆ ਅਖੀਰ 'ਚ ਜਾ ਕੇ। ਸੋ ਆਸ ਕਰਦੇ ਆ ਕਿ ਕੁਝ ਚੰਗਾ ਨਿਕਲ ਕੇ ਆਵੇਗਾ, ਔਰ ਸਰਕਾਰ ਜਿਹੜੀ ਆ ਜੇ ਲੋੜ ਪਵੇ ਬਿਟਵੀਨ ਮਿਡ ਦੇ ਵਿੱਚ ਜਾ ਕੇ ਤਾਂ ਕੁਝ ਚੇਂਜ ਵੀ ਜਿਹੜੀਆਂ ਪਾਲਿਸੀਆਂ ਦੀ ਕਰਨੀ ਪੈ ਸਕਦੀ ਆ, ਉਹ ਕਰ ਸਕਦੀ ਆ। ਸੋ ਧਾਲੀਵਾਲ ਸਾਹਿਬ ਤੇ ਟਿਵਾਣਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। E5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ।